दास गुर हृदय श्री गुरु रामदास गुण गावो, श्री गुरु रामदास गुण गावो। गुरु अर्जन विगणन गे नाशक, विगणन गे नाशक। गुरु हर गोबिंद शुभ मत प्रकाशक, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला, परम कृपाला। गुरु गोबिंद सिंह विशाला, गुरु गोबिंद सिंह विशाला। तरों तरापुर पुन पुन सीसा, पुन पुन सीसा। बंदो बार बार जगदीशा, बंदो बार बार जगदीशा। श्री गुरु ग्रंथ साहिब महाराज जी की पावन हजूरी अंदर जुड़ बैठी गुरु प्यारी साध संगत जी। महाराज बाणी विच कहंदे ने, आगे जम दल बिखम कणा, राम नामा उचर मना। हे मेरिया मना, अगे जमा दियां बड़ियां मारां ने। बाणी कहंदी, अनक जन्म भरम तै हारियो, अस्थिर मत नहीं पाई। बड़े जन्म हो गए ने घूमते हुए नूं मनुख नूं। शरीर की उम्र है 30-40 साल, 50 साल, जिहदी हुई 20 साल। जिहड़ा अंदर इहदे जीव आत्मा है उहदी कोई उम्र नहीं है। साथ बड़े सालों तो कदे किसी चीज़ विच सुख लभदा रहा, कदे किसी अज ताईं सुख इस नूं लभ्या नहीं। हज़ारां सालों तो मनुख सुख की तलाश विच तुरिया है, हजे तक अस्थिर मत नहीं मिली। जिन्होंने महाराज कहते मन रे कौन कुमत तैं लीनी, पर दारा निंदिया रस रचियो, राम भगत नह कीनी। गुरु तेग बहादुर जी कहते मना किन्ना समा हो गया तुरे नूं, हजे तई तेनू समझ नहीं आई किहड़ी कुमत लई फिरदा है। पराया रूप वेख के, पराया धन वेख के, किसी की निंदा कर करके अपनी जिंदगी नूं गवा रहे हैं। जिंदगी के जिहड़े अमोलक सवास ने इन्हां नूं व्यर्थ ही कर लिया। साध संगत एक सवास की कितनी कीमत है, इहदा कोई मित नहीं, इहदा अंदाज़ा नहीं है। एक सवास के बराबर किहड़ी किहड़ी चीज़ आ सकती है, इहदा अंदाज़ा ही नहीं। जिस दिन मनुख दुनिया तो जाता है, शरीर तो हुंदा है, विच सवास नहीं हुंदे, बाकी सब कुछ हुंदा है। ये जिहड़े अंदर सवास चल रहे ने, इन्हां दा कोई प्रयोजन है तां मिले ने। कल भी बेनती कर रहा सी साध संगत, एक गल ध्यान रखना, जे किते इस शरीर विच आके सिर्फ खाना ते सो जाना है, कदे कुछ विचारना ही नहीं मैं कौन हाँ, फिर तो सगों पशु वाली जिंदगी ज़्यादा वधिया सी। घट्टो घट पशु की जिंदगी विच चिंता तो नहीं है। पशु की जिंदगी में चिंतावां नहीं, टेंशनां नहीं। जे मनुख ने मनुखा देह लैके भी चिंतावां में पैना है
ਔਰ ਪ੍ਰਮਾਤਮਾ ਤੇ ਇਹਨੂੰ ਵਿਸ਼ਵਾਸ ਨਹੀਂ ਆਉਣਾ, ਫਿਰ ਇਹਦੇ ਇਨਸਾਨ ਹੋਣ ਦਾ ਫਾਇਦਾ ਨਹੀਂ ਹੋਇਆ ਕੁਝ। ਬਾਣੀ ਤੇ ਕਹਿੰਦੀ ਤੇਰਾ ਆਉਣਾ ਹੀ ਬਿਰਥਾ ਹੋ ਗਿਆ, ਐਸਾ ਆਉਣਾ ਹੀ ਨਹੀਂ ਸੀ, ਇਹ ਤੋਂ ਚੰਗਾ ਉਹੀ ਜੂਨੀ ਠੀਕ ਸੀ। ਘੱਟੋ ਘੱਟ ਉਹਦੇ ਵਿੱਚ ਖਾਂਦਾ ਦੀ ਤੇ ਸੋ ਜਾਂਦਾ ਸੀ, ਹੋਰ ਤੇ ਕੁਝ ਕੀਤਾ ਹੀ ਨਹੀਂ। ਇਸ ਕਰਕੇ ਜਦੋਂ ਤਾਈਂ ਮਨੁੱਖ ਵਿਚਾਰਸ਼ੀਲ ਨਹੀਂ ਨਾ ਹੋਇਆ, ਸਮਝਦਾਰ ਨਹੀਂ ਹੋਇਆ, ਵੈਸੇ ਦੁਨਿਆਵੀ ਤੌਰ ਤੇ ਜਿਹਨੇ ਜੇਬ ਵਿੱਚ ਜਿੰਨੇ ਜ਼ਿਆਦਾ ਪੈਸੇ ਭਰ ਲਏ ਨੇ ਉਹਨੂੰ ਉੱਡਾ ਹੀ ਸਮਝਦਾਰ ਗਿਣਿਆ ਜਾਂਦਾ ਹੈ ਦੁਨਿਆਵੀ ਤੌਰ ਤੇ। ਪਰ ਜਿਹੜੇ ਦੁਨਿਆਵੀ ਤੌਰ ਤੇ ਬਹੁਤੇ ਸਿਆਣੇ ਨੇ, ਗੁਰੂ ਦੀ ਨਜ਼ਰ ਤੇ ਬਿਲਕੁਲ ਨਿਆਣੇ ਹੀ ਨੇ ਹਜੇ ਤਾਈਂ। ਜਿਸ ਨੇ ਦੁਨਿਆਵੀ ਤੌਰ ਤੇ ਬਹੁਤ ਕੁਝ ਇਕੱਠਾ ਕਰ ਲਿਆ, ਮਹਾਰਾਜ ਉਸ ਨੂੰ ਨਿਆਣਾ ਗਿਣਦੇ ਨੇ। ਕਹਿੰਦੇ ਜੇ ਤੂੰ ਬਾਹਰੀ ਚੀਜ਼ਾਂ ਤੇ ਇਕੱਠੀਆਂ ਕਰ ਲਈਆਂ, ਰੱਬ ਦਾ ਨਾਂ ਇਕੱਠਾ ਹੀ ਨਹੀਂ ਕੀਤਾ, ਫਾਇਦਾ ਤੇ ਕੁਝ ਵੀ ਨਹੀਂ ਹੋਇਆ। ਕਿਉਂਕਿ ਉਦੋਂ ਤੋਂ ਹੀ ਕੰਮ ਦੇਣਾ ਹੈ ਜਦੋਂ ਤੋਂ ਹੀ ਸਵਾਸ ਨੇ। ਜਿਵੇਂ ਸਵਾਸ ਨਿਕਲੇ ਪ੍ਰਾਣ ਗਏ, ਕਹੋ ਕਾ ਕੀ ਮਾਇਆ। ਜਿਵੇਂ ਪ੍ਰਾਣ ਨਿਕਲੇ ਫਿਰ ਕਿਹਦੀ ਮਾਇਆ। ਘਿਓ ਮੂੰਹ 'ਚ ਪਾਉਣਗੇ, ਘਿਓ ਬਾਹਰ ਆ ਜਾਣਾ ਹੈ। ਪਾਣੀ ਨਹੀਂ ਲੰਘਣਾ ਅੰਦਰ, ਪਾਣੀ ਬਾਹਰ ਆ ਜਾਣਾ ਹੈ। ਜਦੋਂ ਸਰੀਰ ਹੀ ਚਲਾ ਗਿਆ, ਫਿਰ ਮਾਇਆ ਜਿੰਨੀ ਮਰਜ਼ੀ ਇਕੱਠੀ ਕੀਤੀ ਕਿਸੇ ਕੰਮ ਦੀ ਨਹੀਂ। ਉਹ ਤੇ ਉਹਨਾਂ ਦੇ ਕੰਮ ਦੀ ਹੈ ਜਿਹੜੇ ਬਾਅਦ 'ਚ ਰਹਿ ਜਾਣੇ ਨੇ। ਬਾਣੀ ਇਸ ਕਰਕੇ ਕਹਿੰਦੀ ਜਦੋਂ ਤੂੰ ਜਿਉਂਦਾ ਹੈ ਉਦੋਂ ਤੋਂ ਹੀ ਤੇਰੇ ਲਈ ਸਾਧਨ ਲਾਭਕਾਰੀ ਨੇ, ਜਾਣ ਤੋਂ ਬਾਅਦ ਕੁਛ ਇਹਨਾਂ ਦਾ ਲਾਭ ਨਹੀਂ। ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਹੇ ਮਨੁੱਖ ਥੋੜਾ ਸਮਝਣਾ ਕਰ, ਵਿਚਾਰਸ਼ੀਲ ਬਣ। ਸਾਧ ਸੰਗਤ ਮਨੁੱਖ ਦੁਨਿਆਵੀ ਤੌਰ ਤੇ ਨਾ ਪੈਸਾ ਹੋਏ ਇਹਦੇ ਕੋਲ, ਪੈਸੇ ਨੂੰ ਇਨਵੈਸਟ ਕਰਨ ਤੋਂ ਪਹਿਲਾਂ 10 ਬੰਦਿਆਂ ਤੋਂ ਸਲਾਹ ਲੈਂਦਾ ਹੈ। ਕਈ ਬੰਦਿਆਂ ਨੂੰ ਸਲਾਹ ਲੈਂਦਾ ਹੈ, ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਇੰਨਾ ਪੈਸਾ ਹੈ, ਇਹਦਾ ਕੀ ਕਰਾਂ। ਜ਼ਿੰਦਗੀ ਦੇ ਵਿੱਚ ਕੋਈ ਵਸਤੂ ਖਰੀਦਣੀ ਹੋਏ, ਆਪਣੇ ਪੈਸੇ ਨੂੰ ਜਿਹੜਾ ਇਹਨੇ ਇਕੱਠਾ ਕੀਤਾ ਹੈ ਉਹਨੂੰ ਖਰਚਣ ਤੋਂ ਪਹਿਲਾਂ ਬੜੀ ਵਾਰੀ ਸੋਚਦਾ ਹੈ। ਏਡੇ ਮਹਿੰਗੇ ਸਵਾਸ ਨੇ, ਅੱਜ ਤੱਕ ਪੁੱਛਿਆ ਨਹੀਂ, ਨਾ ਕਿਸੇ ਗੁਰੂ ਨੂੰ ਪੁੱਛਿਆ, ਨਾ ਕਿਸੇ ਪੈਗੰਬਰ ਨੂੰ ਪੁੱਛਿਆ ਵੀ ਮੈਨੂੰ ਮਨੁੱਖਾ ਜਨਮ ਮਿਲਿਆ ਹੈ ਕਿ ਇਹਦੇ ਜਿਹੜੇ ਸਵਾਸ ਨੇ ਇਹਨਾਂ ਦਾ ਕੰਮ ਕੀ ਹੈ, ਕਦ ਤੋਂ ਮਿਲਿਆ ਸਰੀਰ। ਸਰੀਰ ਤੇ ਪਸ਼ੂਆਂ ਕੋਲ ਵੀ ਹੈ, ਰੋਟੀ ਤੇ ਪਸ਼ੂ ਵੀ ਖਾਂਦੇ ਨੇ, ਰਹਿੰਦੇ ਤੇ ਪਸ਼ੂ ਵੀ ਨੇ, ਪਰ ਵਿਚਾਰਸ਼ੀਲ ਨਹੀਂ ਹਨ। ਵਿਚਾਰ ਤੋਂ ਹੀਣਾ ਮਨੁੱਖ ਜ਼ਿੰਦਗੀ 'ਚ ਦੁੱਖਾਂ ਦੇ ਵਿੱਚ ਪਿਆ ਰਹਿੰਦਾ ਹੈ। ਕਿਉਂਕਿ ਜਿਹਨੇ ਗੁਰੂ ਦੀ, ਕਿਸੇ ਪੈਗੰਬਰ ਦੀ ਵਿਚਾਰ ਹੀ ਨਹੀਂ ਮੰਨੀ, ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨ ਹੈ ਔਰ ਸਦਾ ਹੀ ਰਹੇਗਾ। ਇਸ ਕਰਕੇ ਜਿਹੜੇ ਕਥਾ ਤੇ ਕੀਰਤਨ ਹੁੰਦੇ ਨੇ ਨਾ, ਸਤ ਸੰਗਤ ਹੁੰਦੀ ਹੈ, ਇਹ ਸਹਾਈ ਹੁੰਦੀ ਹੈ ਮਨੁੱਖ ਨੂੰ ਇਹਦੀ ਜ਼ਿੰਦਗੀ ਦਾ ਰਾਸਤਾ ਵਿਖਾਉਣ ਲਈ। ਸਤ ਸੰਗਤ ਇੱਕ ਸੂਰਜ ਦੇ ਸਮਾਨ ਹੈ। ਜਿਵੇਂ ਸੂਰਜ ਉਦੈ ਹੁੰਦਾ ਹੈ, ਪ੍ਰਕਾਸ਼ ਆਉਂਦਾ ਹੈ, ਹਨੇਰਾ ਚਲਾ ਜਾਂਦਾ ਹੈ। ਸਤ ਸੰਗਤ ਦੇ ਵਿੱਚ ਜਿਵੇਂ ਜਿਵੇਂ ਮਨੁੱਖ ਆਉਂਦਾ ਹੈ, ਇਹਨੂੰ ਪਤਾ ਲੱਗਦਾ ਹੈ, ਫਿਰ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਪ੍ਰਭੂ ਦੀ ਬੰਦਗੀ ਕਰਦਾ ਹੈ। ਤੁਰਦਿਆਂ ਫਿਰਦਿਆਂ, ਜਾਗਦਿਆਂ ਸੁੱਤਿਆਂ ਕਰਦਾ ਹੈ। ਫਿਰ ਜਿਵੇਂ ਜਿਵੇਂ ਬੰਦਗੀ ਕਰਦਾ ਇਹਦਾ ਮਨ ਜਾਗਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਸਿਮਰ ਸਿਮਰ ਕੇ ਪ੍ਰਮਾਤਮਾ ਨੂੰ ਮੈਂ ਆਪਣੇ ਸੁੱਤੇ ਹੋਏ ਮਨ ਨੂੰ ਜਗਾ ਲੈਣਾ ਹੈ। ਸਰੀਰ ਜਾਗਿਆ ਹੋਏ ਕੋਈ ਲਾਭ ਨਹੀਂ, ਉੱਤੇ ਕੋਈ ਸਰੀਰ ਜਾਗੇ ਤਾਂ ਸਿਰਫ ਇੰਨਾ ਕੁ ਲਾਭ ਹੈ, ਰੋਟੀ ਖਾ ਸਕਦਾ, ਪਾਣੀ ਪੀ ਸਕਦਾ। ਜਦੋਂ ਮਨ ਜਾਗਦਾ ਹੈ ਉਹਦਾ ਇੰਨਾ ਲਾਭ ਹੈ, ਇਹ ਪਰਮੇਸ਼ਰ ਵਰਗਾ ਬਣ ਸਕਦਾ ਹੈ। ਇਹ ਲਾਭ ਹੈ। ਮੈਨੂੰ ਯਾਦ ਆਉਂਦੀ ਹੈ ਉਹ ਗਾਥਾ। ਇੱਕ ਵਾਰੀ ਇੱਕ ਰਾਜਾ ਜੰਗਲ ਦੇ ਵਿੱਚ ਗਿਆ। ਜੰਗਲ ਵਿੱਚ ਜਾ ਕੇ ਇੱਕ ਲੱਕੜਹਾਰੇ ਨੇ ਉਹਦੀ ਬੜੀ ਸੇਵਾ ਕੀਤੀ। ਉਹਨੂੰ ਬਚਨ ਕਰਕੇ ਆਇਆ, ਜਦੋਂ ਵੀ ਤੈਨੂੰ ਕਦੇ ਜ਼ਰੂਰਤ ਹੋਏ ਨਾ ਕਿਸੇ ਚੀਜ਼ ਦੀ, ਮੇਰੇ ਕੋਲ ਆਈ, ਮੈਂ ਤੈਨੂੰ ਦਿਆਂਗਾ ਕਿ ਤੂੰ ਮੇਰੀ ਸੇਵਾ ਕੀਤੀ। ਉਹ ਚਲਾ ਗਿਆ, ਸਾਰਾ ਕੁਝ ਲੈ ਕੇ ਲੱਕੜਹਾਰਾ ਰਾਜੇ ਦੇ ਦਰਬਾਰ ਵਿੱਚ ਗਿਆ। ਰਾਜਾ ਕਹਿੰਦਾ ਜਾ ਬਾਹਰ, ਜਿਹੜਾ ਚੰਦਨਾਂ ਦਾ ਬਾਗ ਹੈ ਉਹ ਤੈਨੂੰ ਦਿੱਤਾ। ਘਰ ਆਇਆ, ਕਹਿੰਦੇ ਰਾਜਾ ਨਿਆਂਕਾਰੀ ਨਹੀਂ ਹੈ। ਮੈਂ ਬਾਗ ਦਾ ਕੀ ਕਰਨਾ, ਮੈਂ ਤੇ ਪਹਿਲੇ ਲੱਕੜਹਾਰਾ। ਬਾਗ ਰਾਜੇ ਨੇ ਉਹਨੂੰ ਦੇ ਦਿੱਤਾ। 7 ਮਹੀਨਿਆਂ ਬਾਅਦ ਰਾਜਾ ਫਿਰ ਵਾਪਸ ਜੰਗਲ 'ਚ ਗਿਆ।
ਵੇਖਦਾ ਹੈ ਉਹ ਲੱਕੜਹਾਰਾ ਅੱਜ ਵੀ ਕੋਲੇ ਬਣਾਉਂਦਾ ਹੈ ਤੇ ਵੇਚ ਕੇ ਆਉਂਦਾ ਹੈ। ਉਹ ਕਹਿੰਦਾ ਸੱਜਣਾ, ਤੈਨੂੰ ਮੈਂ ਬਾਗ ਦਿੱਤਾ ਸੀ, ਬਾਗ ਦੇ ਨਾਲ ਤੂੰ ਅਮੀਰ ਨਹੀਂ ਹੋਇਆ, ਤੈਨੂੰ ਕੋਈ ਪ੍ਰਾਪਤੀ ਨਹੀਂ ਹੋਈ? ਉਹ ਕਹਿੰਦਾ ਨਹੀਂ ਰਾਜਾ ਸਾਹਿਬ, ਲੱਕੜਾਂ ਨਾਲ ਕੌਣ ਅਮੀਰ ਹੁੰਦਾ ਹੈ? ਕਹਿੰਦੇ ਭੋਲਿਆ, ਆ ਜਿੰਨੀ ਕੁ ਲੱਕੜ ਤੇਰੇ ਕੋਲ ਰਹਿ ਗਈ ਹੈ ਨਾ, ਇਹਨੂੰ ਮਾੜਾ ਜਿਹਾ ਵੇਖ, ਇਹ ਲੱਕੜ ਜਿਹੜੀ ਰਹਿ ਗਈ ਹੈ ਇਹਦਾ ਮੁੱਲ ਕਰਾ ਕੇ ਆ ਬਾਜ਼ਾਰ 'ਚ। ਬਾਜ਼ਾਰ ਵਿੱਚ ਮੁੱਲ ਕਰਾਉਣ ਦੇ ਲਈ ਗਿਆ। ਜਿਵੇਂ ਬਾਜ਼ਾਰ ਵਿੱਚ ਮੁੱਲ ਕਰਾਉਂਦਾ ਹੈ, ਉਹਨੂੰ ਪਤਾ ਲੱਗਦਾ ਹੈ ਇਹ ਜਿਹੜੀ ਲੱਕੜ ਹੈ ਜਿਹਦਾ ਉਹ ਮੁੱਲ ਕਰਾਉਣ ਗਿਆ ਹੈ, ਉਹ ਲੱਕੜ ਕਿੰਨੀ ਮਹਿੰਗੀ, ਲੱਖਾਂ ਰੁਪਇਆਂ ਦੀ ਲੱਕੜ ਦਾ ਛੋਟਾ ਜਿਹਾ ਟੁਕੜਾ। ਉਹ ਛੋਟਾ ਜਿਹਾ ਟੁਕੜਾ ਲੈ ਕੇ ਹੱਥ ਤੇ ਸਿਰ ਦੇ ਉੱਤੇ ਹੱਥ ਮਾਰਿਆ, ਰੋਣ ਲੱਗ ਪਿਆ। ਜਿਵੇਂ ਰੋਂਦਾ ਹੈ, ਰਾਜਾ ਕਹਿੰਦਾ ਰੋਣਾ ਕਿਉਂ ਹੈ? ਕਹਿੰਦੇ ਰਾਜਾ, ਤੂੰ ਤੇ ਮੈਨੂੰ ਚੰਦਨ ਦਾ ਬਾਗ ਦਿੱਤਾ ਸੀ, ਪਰ ਮੈਂ ਇਹ ਚੰਦਨ ਦੀ ਲੱਕੜ ਦੇ ਕੋਲੇ ਬਣਾ ਸੁੱਟ ਦਿੱਤੇ ਨੇ। ਸਾਧ ਸੰਗਤ, ਇਹ ਸਰੀਰ ਇੱਕ ਬਾਗ ਹੈ, ਇਹਦੇ ਵਿੱਚ ਜਿਹੜੇ ਸਾਹ ਚੱਲਦੇ ਨੇ ਉਹ ਚੰਦਨ ਵਰਗੇ ਨੇ। ਮਨੁੱਖ ਬਿਨਾਂ ਭਗਤੀ ਤੋਂ ਕੋਲੇ ਬਣਾ ਸੁੱਟੀ ਜਾਂਦਾ ਹੈ, ਅਗਿਆਨਤਾ ਵਸ ਹੋ ਗਈ। ਦਿਨ ਰਾਤ ਸਿਰਫ ਖਾਣ ਤੇ ਪੀਣ ਵਿੱਚ ਹੀ ਕੋਲੇ ਬਣਾ ਦਿੱਤੇ। ਪਾਉਣ ਤਿੰਨ ਤੇ ਕੰਮ ਨੇ ਮਨੁੱਖ ਨੂੰ ਧਰਤੀ ਤੇ, ਖਾਂਦਾ ਹੈ, ਪੀਂਦਾ ਹੈ ਤੇ ਸੌਂਦਾ ਹੈ ਤੇ ਪਾਉਂਦਾ ਹੈ, ਚੌਥਾ ਤੇ ਕੰਮ ਹੀ ਕੁਛ ਨਹੀਂ। ਜਾਂ ਤੇ ਮਨੁੱਖ ਆਪਣੇ ਪਾਉਣ ਵਾਸਤੇ ਜੀ ਰਿਹਾ ਹੈ, ਜਾਂ ਖਾਣ ਵਾਸਤੇ ਜੀ ਰਿਹਾ ਹੈ, ਜਾਂ ਸੌਂਦਾ ਹੈ, ਬਸ ਇਹ ਕੰਮ ਪਸ਼ੂਆਂ ਕੋਲ ਨੇ। ਬਸ ਪਸ਼ੂ ਪਾਉਂਦੇ ਨਹੀਂ, ਉਹਨਾਂ ਨੂੰ ਕੱਪੜਿਆਂ ਦੀ ਬਾਣੀ ਕਹਿੰਦੀ ਵਿਸਮਾਦ ਨਾਂਗੇ ਫਿਰ ਹੈ ਜੰਤ। ਸਾਧ ਸੰਗਤ, ਇਸ ਕਰਕੇ ਸਤ ਸੰਗਤ ਵਿੱਚ ਆ ਕੇ ਮਨੁੱਖ ਨੂੰ ਸੱਚਾਈ ਦਾ ਗਿਆਨ ਹੁੰਦਾ ਹੈ। ਸੱਚਾਈ ਕੀ ਹੈ, ਜ਼ਿੰਦਗੀ ਹੈ ਕੀ। ਕਿਤੇ ਐਵੇਂ ਨਾ ਹੋਏ ਸਾਧ ਸੰਗਤ, ਹੱਥਾਂ ਦੇ ਵਿੱਚ ਹੀਰੇ ਫੜੇ ਹੋਣ ਪੱਥਰ ਸਮਝ ਕੇ, ਐਵੇਂ ਨਾ ਹੋ ਜੇ ਕਦੀ। ਬੜਾ ਵੱਡਾ ਦੁੱਖ ਹੈ, ਦੁੱਖ ਲੱਗੇਗਾ ਬੜਾ, ਅੱਜ ਨਹੀਂ ਪਤਾ ਲੱਗੇਗਾ। ਜਿਸ ਦਿਨ ਦੁਨੀਆ ਤੋਂ ਜਾਣਾ, ਜਿਸ ਦਿਨ ਮਾਰਾਂ ਪੈਣੀਆਂ ਨੇ ਜਮਾਂ ਦੀਆਂ, ਉਸ ਦਿਨ ਪਤਾ ਲੱਗਣਾ ਮਲਾ ਉਹ ਏਡੀ ਵੱਡੀ ਜ਼ਿੰਦਗੀ ਮਿਲੀ, ਗਵਾਈ ਆਇਆ ਸਾਰੀ। ਅੱਜ ਕਿਤੇ ਬੱਚਾ ਜਿਹੜਾ ਕਦੇ ਮਾਂ-ਬਾਪ ਬੱਚੇ ਨੂੰ ਕਹਿੰਦੇ ਬੇਟਾ ਪੜ੍ਹ ਲੈ, ਕਹਿੰਦਾ ਨਹੀਂ ਪੜ੍ਹ ਲਵਾਂਗਾ, ਬੇਟਾ ਪੜ੍ਹ ਲੈ, ਪੜ੍ਹਦਾ ਨਹੀਂ। ਜਿੱਦਣ ਐਗਜ਼ਾਮ ਹੁੰਦੇ ਨੇ ਨਾ, ਐਗਜ਼ਾਮ ਵਿੱਚ ਹੁੰਦਾ ਹੈ ਫੇਲ, ਫਿਰ ਉਹਨੂੰ ਮਾਂ-ਬਾਪ ਕਹਿੰਦੇ ਨੇ ਫੇਲ ਹੋ ਜਾਂਦਾ ਹੈ, ਫਿਰ ਰੋਂਦਾ ਹੈ ਬਹਿ ਕੇ, ਸ਼ਾਇਦ ਮੈਂ ਪੜ੍ਹ ਹੀ ਲੈਂਦਾ। ਮਨੁੱਖ ਦਾ ਜਿੱਦਣ ਐਗਜ਼ਾਮ ਹੋਣਾ ਹੈ ਨਾ, ਜਿੱਦਣ ਟੈਸਟ ਹੋਣਾ ਹੈ, ਦੁਨੀਆ ਤੋਂ ਜਾਣਾ ਹੈ, ਉਹ ਦਿਨ ਉਹਨੂੰ ਲੱਗਣਾ ਮਨਾ ਸਾਰੀ ਜ਼ਿੰਦਗੀ ਖਰਾਬ ਹੀ ਕਰਕੇ ਆ ਗਏ, ਖੱਟਿਆ ਤਾਂ ਕੁਛ ਵੀ ਨਹੀਂ। ਹਜੇ ਤੇ ਜਿਵੇਂ ਮਾਂ-ਬਾਪ ਦੀ ਕੱਲ ਨੂੰ ਬੱਚਾ ਕੁਛ ਨਹੀਂ ਨਾ ਜਾਣਦਾ, ਇਵੇਂ ਸਤਿਪੁਰਖਾਂ ਦੇ ਬੋਲਾਂ ਨੂੰ ਮਨੁੱਖ ਵੀ ਕੁਛ ਨਹੀਂ ਸਮਝਦਾ। ਵੱਡੇ ਵੱਡੇ ਮਹਾਨ ਬੋਲ ਸਪੀਕਰਾਂ ਦੇ ਵਿੱਚੋਂ ਬੋਲੇ ਜਾਂਦੇ ਨੇ, ਮੋਟੀ ਬੁੱਧੀ ਦਾ ਮਨੁੱਖ ਸਮਝਦਾ ਹੀ ਨਹੀਂ। ਮੋਟੀ ਲਾਗੀ ਖੋਰ, ਬੁੱਧੀ ਮੋਟੀ ਹੈ, ਸਮਝ ਨਹੀਂ ਹੈ, ਬੇਸਮਝੀ ਹੈ। ਔਰ ਸਾਧ ਸੰਗਤ ਯਾਦ ਰੱਖਣਾ, ਬੇਸਮਝੀ ਸਾਰਿਆਂ ਹੀ ਦੁੱਖਾਂ ਦਾ ਕਾਰਨ ਹੁੰਦੀ ਹੈ। ਅਣਜਾਣਤਾ, ਇਹ ਮਨੁੱਖ ਜਿੰਨਾ ਕੁਛ ਵੀ ਕਰ ਰਿਹਾ ਅਣਜਾਣਪੁਣੇ 'ਚ ਕਰ ਰਿਹਾ ਹੈ, ਇਹਨੂੰ ਜਾਣਦਾ ਨਹੀਂ ਨਾ ਹੈ। ਪਰ ਮਨੁੱਖ ਆਪਣੇ ਆਪ ਨੂੰ ਅਣਜਾਣ ਕਹਾਉਣਾ ਨਹੀਂ ਚਾਹੁੰਦਾ, ਆਪਣੇ ਆਪ ਨੂੰ ਸਭ ਤੋਂ ਚੰਗਾ ਮੰਨੀ ਬੈਠਾ ਹੈ। ਕਿਸੇ ਮਨੁੱਖ ਨੂੰ ਇਹ ਕਹਿੰਦੇ ਵੀ ਤੈਨੂੰ ਜ਼ਿੰਦਗੀ ਜਿਉਣ ਦਾ ਹੀ ਨਹੀਂ ਪਤਾ, ਕਿ ਤੁਹਾਨੂੰ ਜ਼ਿਆਦਾ ਪਤਾ ਹੈ, ਮੈਨੂੰ ਸਭ ਪਤਾ ਹੈ। ਇਹਦਾ ਹੰਕਾਰ ਹੀ ਇਹਦੀ ਬੰਧਨਾਂ ਦਾ ਕਾਰਨ ਹੈ। ਸੋ ਕੱਲ੍ਹ ਤਾਈਂ ਅਸੀਂ ਇਹ ਸਰਵਣ ਕੀਤਾ ਸੀ, ਮਹਾਰਾਜ ਸਾਹਿਬ ਜੀ ਦੇ ਕੋਲ ਫਿਰਿਆ ਤੇ ਭਾਈ ਕਟਾਰਾ ਦੋ ਨਾਂ ਦੇ ਸਿੱਖ ਨੇ। ਮਹਾਰਾਜ ਨੇ ਉਹਨਾਂ ਨੇ ਕਿਹਾ ਜਾਓ ਭਾਈ, ਆਪਣੇ ਦੇਸ਼ ਵਿੱਚ ਜਾਓ, ਉੱਥੇ ਜੰਤਰ ਮੰਤਰ ਦਾ ਬੜਾ ਜ਼ੋਰ ਹੈ। ਮਹਾਰਾਜ ਕਹਿੰਦੇ ਸਤਨਾਮ ਜਪਾਓ, ਪਰਮੇਸ਼ਰ ਦਾ ਨਾਮ ਜਪੋ, ਜੰਤਰਾਂ ਮੰਤਰਾਂ ਦੀ ਕੀ ਔਕਾਤ ਹੈ, ਆਪਣੇ ਆਪ ਹੀ ਭੱਜ ਜਾਣਗੇ। ਕਿਉਂਕਿ ਸਾਧ ਸੰਗਤ ਜੰਤਰ ਮੰਤਰ ਉਹਨੂੰ ਹੀ ਤੰਗ ਕਰਦੇ ਨੇ ਜਦੋਂ ਕਦੇ ਰੱਬ ਦਾ ਨਾਂ ਨਹੀਂ ਲਿਆ। ਜਿਹੜੇ ਪਰਮੇਸ਼ਰ ਦਾ ਨਾਮ ਲੈਂਦੇ ਨੇ ਉਹਨਾਂ ਨੂੰ ਜੰਤਰਾਂ ਮੰਤਰਾਂ ਦਾ ਕੀ ਹੈ, ਕੁਛ ਵੀ ਨਹੀਂ। ਮਹਾਰਾਜ ਬਾਣੀ 'ਚ ਕਹਿੰਦੇ ਨੇ ਜਿਹੜੇ ਮਨ ਕਮਜ਼ੋਰ ਨੇ ਨਾ, ਜੰਤਰ ਮੰਤਰ ਕਮਜ਼ੋਰ ਮਨਾਂ ਤੇ ਜ਼ੋਰ ਪਾਉਂਦੇ ਨੇ। ਜਿਨ੍ਹਾਂ ਦੇ ਮਨ ਗੁਰਬਾਣੀ ਪੜ੍ਹ ਕੇ ਪਰਮਾਤਮਾ ਦਾ ਨਾਂ ਲੈ ਕੇ ਤਕੜੇ ਹੋ ਗਏ ਨੇ, ਉਹਨਾਂ ਮਨਾਂ ਤੇ ਜੰਤਰ ਮੰਤਰ ਦਾ ਜ਼ੋਰ ਨਹੀਂ। ਸੋ ਆਓ ਗੁਰੂ ਜੀ ਉਹਨਾਂ ਨੂੰ ਹੁਣ ਕੀ ਅੱਗੇ ਉਦਾਹਰਨਾਂ ਦਿੰਦੇ ਨੇ, ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰੂ ਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਰ ਵਿਚਾਰ ਨਰ ਕਰਤ ਉਚਾਰੀ, ਜੋਗੀ ਪੀਰ ਹਮਾਰੋ ਭਾਰੀ। ਵਿਚਾਰ ਕਰਕੇ ਮਨੁੱਖ ਕਹਿਣ ਲੱਗੇ ਵੀ ਜਿਹੜੇ ਸਾਡੇ ਵੱਡੇ ਵੱਡੇ ਪੀਰ ਸਨ, ਜੋਗੀ ਸਨ, ਉਹਨਾਂ ਨੂੰ ਇਹਨਾਂ ਨੇ ਭਜਾ ਦਿੱਤਾ, ਉਹਨਾਂ ਦੇ ਮੰਤਰ ਕੰਮ ਨਹੀਂ ਕਰਦੇ। ਤੇ ਇਸ ਕਰਕੇ ਸਾਨੂੰ ਲੱਗਦਾ ਇਹ ਜਿਹੜੇ ਸਿੱਖ ਨੇ ਇਹ ਹੁਣ ਵੱਡੇ ਜੋਗੀ ਹਨ। ਇਨਕੋ ਦੇਖ ਸੋ ਗਇਓ ਭਲਾਈ, ਮਹਾਬਲੀ ਇਹੋ ਪਰਹਿ ਲਖਾਈ। ਇਹਨਾਂ ਨੂੰ ਵੇਖ ਕੇ ਉਹ ਵੱਡੇ ਵੱਡੇ ਮਹਾਬਲੀ ਸਨ, ਉਹ ਭੱਜ ਗਏ। ਵੱਡੇ ਵੱਡੇ ਜਿਹੜੇ ਮੰਤਰਾਂ ਜੰਤਰਾਂ ਵਾਲੇ ਸਨ ਉਹ ਭੱਜ ਗਏ। ਇਹ ਮਹਾਬਲੀ ਹਨ। ਇਸ ਕਰਕੇ ਬਲਜੀਤ ਇਹ ਮੈਕ ਬਦਲ ਦੋ, ਆ ਮੈਕ ਦੂਜਾ ਲੱਗ ਗਿਆ। ਕਹਿੰਦੇ ਇਹ ਜਿਹੜੇ ਲੋਕ ਨੇ ਇਹ ਸਾਨੂੰ ਮਹਾਬਲੀ ਲੱਗਦੇ ਹਨ। ਨਿਕਟ ਚੱਲੋ ਬੂਝੇ ਅਬ ਇਨਹਿ, ਹੈ ਇਹ ਕੌਣ ਪਠਾਏ ਕਿਨਹਿ। ਕਹਿੰਦੇ ਇਹ ਲੋਕੀ ਆਪਸ ਦੇ ਵਿੱਚ ਵਿਚਾਰ ਕਰਦੇ ਨੇ। ਕਹਿੰਦੇ ਇਹ ਸਮਝੋ ਹੁਣ ਵੀ ਇਹ ਜਿਹੜੇ ਨੇ, ਜਿਹੜੇ ਏਡੀ ਵੱਡੀ ਕਰਾਮਾਤਾਂ ਦੇ ਮਾਲਕ ਨੇ, ਇਹਨਾਂ ਨੂੰ ਕਿਸ ਨੇ ਭੇਜਿਆ ਹੈ। ਗੁਰ ਗੋਰਖ ਕੋ ਮਠ ਜਿਨਹਿ ਗੇਰਾ, ਡਰੇ ਨਹੀਂ ਤਪ ਤੇਜ ਬਡੇਰਾ। ਜਿਹੜੇ ਗੋਰਖਨਾਥ ਦੇ ਤਪ ਤੋਂ ਵੀ ਨਹੀਂ ਡਰੇ, ਏਡੇ ਵੱਡੇ ਮੰਤਰਾਂ ਤੋਂ ਨਹੀਂ ਡਰੇ, ਇਹਨਾਂ ਦਾ ਤਪ ਗੋਰਖਨਾਥ ਨਾਲੋਂ ਵੀ ਵੱਡਾ ਹੈ। ਜਬ ਨਰ ਮਿਲ ਆਏ ਸਮੁਦਾਏ, ਇਨ ਦੋਨੋਂ ਗੁਰ ਸ਼ਬਦ ਸੋ ਗਾਏ। ਜਦੋਂ ਲੋਕੀ ਇਕੱਠੇ ਹੋ ਕੇ ਆਏ, ਭਾਈ ਫਿਰੀਆ ਨੇ ਤੇ ਭਾਈ ਕਟਾਰਾ ਨੇ ਗੁਰੂ ਦੇ ਸ਼ਬਦਾਂ ਨੂੰ ਬੜੇ ਪ੍ਰੇਮ ਨਾਲ ਗਾਇਆ ਹੈ। ਭਜਨ ਕੀਰਤਨ ਸੁਨ ਕਰ ਸਾਰੇ, ਭਏ ਨਿਮਰ ਮੁਖ ਨਮੋ ਉਚਾਰੇ। ਜਦੋਂ ਉਹਨਾਂ ਨੇ ਗੁਰੂ ਜੀ ਦੇ ਬੜੇ ਬਿਨਤੀ ਨਾਲ ਭਰੇ ਸ਼ਬਦ, ਗਿਆਨ ਨਾਲ ਭਰੇ ਸ਼ਬਦ ਸੁਣੇ, ਸਾਰੇ ਜਣੇ ਨਿਮਰ ਹੋ ਗਏ। ਕਿਉਂਕਿ ਸਾਧ ਸੰਗਤ ਜਿਹੜਾ ਸ਼ਬਦ ਹੁੰਦਾ ਨਾ, ਸ਼ਬਦ ਆਪਣੇ ਆਪ 'ਚ ਬੜੀ ਵੱਡੀ ਚੀਜ਼ ਹੈ। ਇੱਕ ਸ਼ਬਦ ਜਿਹੜਾ ਹੈ ਉਹ ਸਾਰੇ ਪਿੰਡ ਨੂੰ ਵਸਾ ਵੀ ਸਕਦਾ ਹੈ ਤੇ ਉਜਾੜ ਵੀ ਸਕਦਾ ਹੈ। ਸ਼ਬਦਾਂ ਦੇ ਨਾਲ ਰਿਸ਼ਤੇਦਾਰੀ ਬਣ ਵੀ ਜਾਂਦੀ ਹੈ ਤੇ ਸ਼ਬਦਾਂ ਦੇ ਨਾਲ ਰਿਸ਼ਤੇਦਾਰੀ ਟੁੱਟ ਵੀ ਜਾਂਦੀ ਹੈ। ਇੱਕ ਭੈੜਾ ਬੋਲ ਰਿਸ਼ਤੇਦਾਰੀਆਂ ਤੋੜ ਦਿੰਦਾ ਹੈ, ਭੈੜਾ ਸ਼ਬਦ ਲੋਕਾਂ ਦੇ ਦਿਲ ਨੂੰ ਆਘਾਤ ਪਹੁੰਚਾਉਂਦਾ ਹੈ, ਚੰਗਾ ਸ਼ਬਦ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ। ਗੁਰੂ ਮਨੁੱਖ ਨੂੰ ਕਿਵੇਂ ਬਦਲਦਾ ਹੈ? ਸ਼ਬਦਾਂ ਦੇ ਰਾਹੀਂ। ਬਾਰ-ਬਾਰ ਸ਼ਬਦ ਮਨੁੱਖ ਜਪਦਾ, ਸ਼ਬਦਾਂ ਨਾਲ ਹੀ ਬਦਲੇਗਾ। ਇਸ ਕਰਕੇ ਸ਼ਬਦ ਜਿਹੜੇ ਹਨ, ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾ। ਪਰ ਇੱਕ ਗੱਲ ਹੈ ਸਾਧ ਸੰਗਤ, ਜਿਹੜੇ ਗੁਰੂ ਦੇ ਪਾਵਨ ਸ਼ਬਦ ਨੇ ਇਹ ਛੇਤੀ ਕੀਤਿਆਂ ਮਨੁੱਖ ਨੂੰ ਸਮਝ ਕਿਉਂ ਨਹੀਂ ਲੱਗਦੇ? ਜਿਹੜੀਆਂ ਵੱਡੀਆਂ ਗੱਲਾਂ ਨੇ ਇਹ ਮਨ ਵਿੱਚ ਟਿਕਦੀਆਂ ਕਿਉਂ ਨਹੀਂ? ਕਾਰਨ ਇਹ ਹੈ ਮਨ ਹਜੇ ਬਿਮਾਰ ਹੈ। ਕਿਸੇ ਦੀ ਨਿੰਦਾ ਚੁਗਲੀ ਦੀਆਂ ਗੱਲਾਂ ਬਹੁਤ ਯਾਦ ਰਹਿੰਦੀਆਂ ਨੇ। ਸਤ ਸੰਗਤ ਵਿੱਚ ਕੀ ਕੀ ਕਿਹਾ ਗਿਆ ਸਾਰਾ ਯਾਦ ਹੀ ਨਹੀਂ ਰਹਿੰਦਾ। ਫਲਾਣੇ ਨੇ 20 ਸਾਲ ਪਹਿਲਾਂ ਕਿਹੜੀ ਗੱਲ ਕਿੱਥੇ ਆਖੀ ਸੀ ਸਾਰੀ ਯਾਦ ਹੈ। ਕਦੀ ਵੇਖ ਲੈਣਾ, ਅੱਜ ਤੋਂ 5 ਸਾਲ ਪਹਿਲਾਂ ਕਿਸੇ ਨੇ ਕੋਈ ਗੱਲ ਆਖੀ ਹੋਏ ਗਲੀ ਵਿੱਚ, ਟਾਈਮ ਵੀ ਦੱਸ ਦੇਗਾ, ਸਥਾਨ ਵੀ ਦੱਸ ਦੇਗਾ, ਕਿਹੜੇ ਕੱਪੜੇ ਪਾਏ ਸਣੇ ਵੀ ਦੱਸ ਦੇਗਾ। ਮਾੜੀ ਚੀਜ਼ ਕਿੱਡੀ ਯਾਦ ਹੈ। ਜਿਵੇਂ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਭਾਈ ਸੁਥਰਾ ਰਹਿੰਦਾ ਹੁੰਦਾ ਸੀ। ਇੱਕ ਦਿਨ ਸੰਗਤ ਲੱਗੀ ਹੋਈ ਤੇ ਭਾਈ ਸੁਥਰਾ ਵੀ ਸੰਗਤ ਵਿੱਚ ਆਇਆ ਤੇ ਮਹਾਰਾਜ ਅੱਗੇ ਸ਼ਬਦ ਪੜ੍ਹ ਰਹੇ ਨੇ। ਉਹਨੇ ਸੰਗਤ ਨੂੰ ਮਾੜਾ ਭਲਾ ਕਿਹਾ, ਬੜਾ ਗਲਤ ਕਿਹਾ। ਸਾਰੇ ਉਹਦੇ ਪਿੱਛੇ ਪਿੱਛੇ ਲੱਗ ਗਏ। ਮਹਾਰਾਜ ਅੱਗੇ ਬੇਨਤੀ, ਮਹਾਰਾਜ ਸੁਥਰਾ ਤੇ ਬੜਾ ਖਰਾਬ ਹੈ, ਸਾਰੀ ਸੰਗਤ ਨੂੰ ਗਾਲਾਂ ਕੱਢਦਾ ਹੈ। ਮਾਰ ਗਏ, ਅੱਛਾ ਕੋਈ ਨਹੀਂ, ਆਣ ਕੇ ਉਹਨੂੰ ਪੁੱਛਾਂਗੇ। ਭਾਈ ਸੁਥਰਾ ਗਾਲਾਂ ਗੂਲਾਂ ਕੱਢ ਕੇ ਜੋ ਵੀ ਕਰਕੇ ਉਧਰ ਭੱਜ ਗਿਆ। 15 ਦਿਨ ਵੜਿਆ ਹੀ ਨਹੀਂ।
15 ਦਿਨਾਂ ਬਾਅਦ ਆਇਆ ਅੰਦਰ। ਉਹ ਜਿਹੜੇ 15 ਦਿਨ ਪਹਿਲਾਂ ਜਿਨ੍ਹਾਂ ਨੇ ਗੱਲ ਕਹੀ ਸੀ ਉਹ ਹੁਣ ਤਕੜੇ ਸੀ, ਮੈਨੂੰ ਫੜੋ। ਆ ਕੇ ਮਹਾਰਾਜ ਜੀ ਦੇ ਸਾਹਮਣੇ ਆ ਗਏ। ਕਹਿੰਦੇ ਮਹਾਰਾਜ ਸਾਹਿਬ ਆ ਗਿਆ, ਇਹਨੂੰ ਪੁੱਛੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਕਹਿੰਦੇ ਸੁਥਰਿਆ ਦੱਸ ਬਈ ਤੂੰ ਇਹਨਾਂ ਨੂੰ ਗਾਲਾਂ ਕੱਢੀਆਂ ਨੇ? ਕਹਿੰਦੇ ਨਾ ਮਹਾਰਾਜ, ਮੈਂ ਕੋਈ ਗਾਲ ਨਹੀਂ ਕੱਢੀ ਕਿਸੇ ਨੂੰ। ਕਹਿੰਦੇ ਫਿਰ ਇਹ ਝੂਠ ਬੋਲਦੇ ਨੇ? ਮਹਾਰਾਜ ਝੂਠ ਬੋਲਦੇ ਨੇ? ਕਹਿੰਦੇ ਹਾਂ ਵੀ ਦੱਸੋ। ਕਹਿੰਦੇ ਮਹਾਰਾਜ ਕੱਢੀਆਂ ਨੇ। ਕਹਿੰਦੇ ਸੱਚੇ ਪਾਤਸ਼ਾਹ ਜਦੋਂ ਮੈਂ ਇਹਨਾਂ ਨੂੰ ਗਾਲਾਂ ਕੱਢ ਰਿਹਾ ਸੀ, ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਕਿਹੜੇ ਸ਼ਬਦ ਦੀ ਵਿਆਖਿਆ ਕਰ ਰਹੇ ਸੀ, ਇਹ ਤੇ ਪੁੱਛੋ ਇਹਨਾਂ ਨੂੰ। ਮਹਾਰਾਜ ਦੱਸੋ ਬਈ, ਜਿੱਦਣ ਇਹਨੇ ਗਾਲਾਂ ਕੱਢੀਆਂ ਨੇ ਉਦਣ ਸੰਗਤ ਵਿੱਚ ਸ਼ਬਦ ਕਿਹੜਾ ਚੱਲ ਰਿਹਾ ਸੀ? ਉਹ ਕਿਸੇ ਨੂੰ ਵੀ ਯਾਦ ਨਹੀਂ। ਕਹਿੰਦੇ ਤੁਸੀਂ ਇਹਦੀਆਂ ਗਾਲਾਂ ਸਿਰ ਤੇ ਰੱਖ ਲਈਆਂ, ਗੁਰੂ ਦੇ ਸ਼ਬਦ ਰੱਖੇ ਹੀ ਨਹੀਂ। ਸਾਧ ਸੰਗਤ ਦੀ ਵੇਖਣਾ, ਮਨੁੱਖ ਲੋਕਾਂ ਦਾ ਭਾਰ ਤੇ ਨਹੀਂ ਚੁੱਕੀ ਫਿਰਦਾ ਸਿਰ ਤੇ। ਲੋਕਾਂ ਦੇ ਮਾੜੇ ਵਚਨ ਅੱਜ ਤੋਂ 5-5 ਸਾਲ ਪੁਰਾਣੇ ਸਾਰੇ ਹੀ ਧਰੇ ਫਿਰਦਾ ਸਿਰ 'ਚ। ਅੱਜ ਸਵੇਰੇ ਵੀ ਕਿਸੇ ਨੇ ਕੁਛ ਆਖਿਆ ਉਹ ਵੀ ਸਿਰ 'ਚ ਹੈ। ਫਿਰ ਮਨੁੱਖ ਕਹਿੰਦਾ ਸਿਰ ਬੜਾ ਦਰਦ ਹੁੰਦਾ, ਹੋਣਾ ਹੀ ਹੈ ਦਰਦ। ਜਿੰਨੀ ਦੁਨੀਆ ਦੇ ਔਗਣ ਨੇ, ਕਿੱਡੀਆਂ ਫਾਈਲਾਂ ਨੇ, ਗੁਆਂਢੀਆਂ ਦੀਆਂ, ਰਿਸ਼ਤੇਦਾਰਾਂ ਦੀਆਂ, ਆਪਣੇ ਬੱਚਿਆਂ, ਸਾਰਿਆਂ ਦੇ ਹੀ ਔਗਣ ਯਾਦ ਨੇ। ਕਿਹੜਾ ਸ਼ਬਦ ਗੁਰਬਾਣੀ ਦਾ ਕੀ ਕਹਿੰਦਾ ਹੈ ਕੋਈ ਯਾਦ ਨਹੀਂ। ਕਿਸੇ ਗੁਰੂ ਪੀਰ ਦੀ ਕੋਈ ਸਾਖੀ ਹੋਏ ਉਹ ਯਾਦ ਨਹੀਂ। ਕਿਉਂ ਯਾਦ ਹੀ ਨਹੀਂ? ਤਾਂ ਹੀ ਤਾਂ ਕਿਸੇ ਨੂੰ ਸੁਣਾਏਗਾ। ਕੋਈ ਆਪਣੇ ਬੱਚਿਆਂ ਨੂੰ ਹੀ ਸੁਣਾ ਲੇ, ਬੰਦਾ ਯਾਦ ਹੀ ਨਹੀਂ ਕਰਦਾ। ਕਿਉਂ? ਯਾਦ ਕੀ ਹੈ? ਇਹਦਾ ਮਤਲਬ ਯਾਦ ਕੁਝ ਹੋਰ ਹੈ। ਸਾਧ ਸੰਗਤ ਮਨੁੱਖ ਦੀ ਯਾਦਾਸ਼ਤ ਵਿੱਚ ਹੀ ਗਲਤ ਚੀਜ਼ਾਂ ਭਰੀਆਂ ਨੇ, ਫਿਰ ਚੰਗਾ ਕਿੱਥੋਂ ਬਣੇਗਾ ਇਹ? ਜਿਹਦੀ ਯਾਦਾਸ਼ਤ ਹੀ ਮਾੜੀ ਹੈ ਉਹ ਕੀ ਕਰ ਸਕਦਾ? ਕੁਝ ਵੀ ਨਹੀਂ ਕਰੇਗਾ ਜ਼ਿੰਦਗੀ 'ਚ। ਇਸ ਕਰਕੇ ਆਪਣੀ ਯਾਦਾਸ਼ਤ ਦੇ ਵਿੱਚ ਚੰਗੀਆਂ ਚੀਜ਼ਾਂ ਬਣਾਈਏ। ਪਰ ਗੱਲ ਕੀ ਹੈ? ਕਿਉਂਕਿ ਮਨੁੱਖ ਦਾ ਜਿਹੜਾ ਮਨ ਹੈ ਇਹ ਮਾੜੇ ਬੰਨੇ ਛੇਤੀ ਭੱਜਦਾ ਹੈ, ਉੱਚੇ ਬੰਨੇ ਜਾਣ ਨੂੰ ਟਾਈਮ ਲੱਗਦਾ ਹੈ। ਉਹਦੇ ਵਾਸਤੇ ਇਹਨੂੰ ਬੰਦਗੀ ਕਰਨੀ ਪੈਂਦੀ ਹੈ। ਜੇ ਕਿਤੇ ਰੋਜ਼-ਰੋਜ਼ ਸਤ ਸੰਗਤ ਵਿੱਚ ਆਏਗਾ, ਆਪਣੇ ਘਰ ਬੈਠ ਕੇ ਬੰਦਗੀ ਕਰੇਗਾ, ਨਾਮ ਜਪੇਗਾ ਰੱਬ ਦਾ, ਫਿਰ ਜਿਹੜੇ ਮਨ ਦੇ ਵਿੱਚੋਂ ਮਾੜੇ ਵਿਚਾਰ ਨੇ ਉਹ ਨਿਕਲਦੇ ਨੇ, ਤਾਂ ਹੀ ਤੇ ਫਿਰ ਚੰਗੇ ਪੈਣਗੇ ਉਹਦੇ ਵਿੱਚ। ਬਾਣੀ ਕਹਿੰਦੀ ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਦੂਜੀ ਨਿਕਲੇਗੀ ਤੇ ਇਹ ਵਾਲੀ ਵੜੇਗੀ ਨਾ। ਇਸ ਕਰਕੇ ਮਨੁੱਖ ਦੇ ਮਨ ਵਿੱਚ ਗੁਰਬਾਣੀ ਦਾ, ਚੰਗੇ ਬੋਲਾਂ ਦਾ, ਸੱਚਾਈ ਦੇ ਬੋਲਾਂ ਦਾ ਪ੍ਰਕਾਸ਼ ਬਹੁਤ ਹੀ ਘੱਟ ਹੈ। ਪ੍ਰੇਮ ਬਧਿਓ ਸਭ ਭਾਉ ਕਰੰਤੇ, ਨਿਕਟ ਹੋਏ ਇੱਕ ਮੰਨੇ ਸੁਨੰਤੇ। ਜਿਹੜੇ ਲੋਕੀ ਅੱਜ ਤਾਈਂ ਡਰਦੇ ਸਨ ਉਹਨਾਂ ਤੋਂ, ਜੋਗੀਆਂ ਤੋਂ, ਉਹਨਾਂ ਦੇ ਮੰਤਰਾਂ ਤੋਂ, ਜਦੋਂ ਗੁਰੂ ਦੇ ਸਿੱਖਾਂ ਨੇ ਸ਼ਬਦ ਪੜ੍ਹੇ ਹਨ, ਪਰਮਾਤਮਾ ਦੀ ਬਾਣੀ ਦੇ ਬੜੇ ਪ੍ਰਬਲ ਸ਼ਬਦ ਪੜ੍ਹੇ, ਸਾਰੇ ਹੀ ਉਹਨਾਂ ਦੇ ਕੋਲ ਬੈਠ ਕੇ ਬੜਾ ਪ੍ਰੇਮ ਕਰਦੇ ਹਨ। ਸਤਿਗੁਰ ਪਦ ਤੇ ਭੇ ਸਿੱਖ ਆਏ, ਸੱਚੇ ਨਾਮ ਇਨ ਮੰਤਰ ਦਿੜਾਏ। ਇਹ ਜਿਹੜੇ ਸਿੱਖ ਗੁਰੂ ਤੋਂ ਵਰ ਲੈ ਕੇ ਆਏ ਸਨ, ਇਹਨਾਂ ਨੇ ਸਾਰਿਆਂ ਨੂੰ ਕਿਹਾ ਭਾਈ ਅੱਜ ਤੋਂ ਕਿਸੇ ਮੰਤਰ ਤੋਂ ਨਹੀਂ ਡਰਨਾ, ਕਿਸੇ ਜੰਤਰ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਸੱਚੇ ਪ੍ਰਮਾਤਮਾ ਦਾ ਨਾਮ ਜਪੋ, ਬਸ ਸਭ ਤੋਂ ਵੱਡਾ ਮੰਤਰ। ਸਤਨਾਮ ਜਪਿਆ ਕਰੋ। ਜਿਹੜਾ ਵੀ ਪ੍ਰਮਾਤਮਾ ਦਾ ਨਾਮ, ਕਬੀਰ ਜੀ ਰਾਮ ਰਾਮ ਜਪਦੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਹੇ। ਕਹਿੰਦੇ ਭਾਈ ਉਹ ਰੱਬ ਦਾ ਨਾਂ ਲਓ ਜਿਹਨੇ ਦੁਨੀਆ ਬਣਾਈ ਹੈ। ਉਹਨਾਂ ਦਾ ਨਾਂ ਕਿਉਂ ਜਪਦੇ ਹੋ ਜਿਹੜੇ ਰੱਬ ਨੇ ਬਣਾਏ ਨੇ? ਰੱਬ ਦਾ ਨਾਂ ਜਪੋ। ਤੁਸੀਂ ਕਿਸੇ ਗੋਰਖਨਾਥ ਦੇ, ਕਿਸੇ ਉਰਾਂ ਪਰਾਂ ਦੇ ਚੱਕਰ 'ਚ ਕਿਉਂ ਪੈਂਦੇ ਹੋ? ਅਵਤਾਰਾਂ ਦੇ ਚੱਕਰ 'ਚ ਕਿਉਂ ਪੈਂਦੇ ਹੋ? ਅਕਾਲ ਪੁਰਖ ਦਾ ਨਾਂ ਲਓ, ਪਰਮਾਤਮਾ ਦਾ ਲਾਓ, ਜਿਹਨੇ ਅਵਤਾਰ ਵੀ ਬਣਾਏ ਨੇ। ਭਾਵੇਂ ਕਿ ਸਾਧ ਸੰਗਤ ਅਵਤਾਰ ਸਤਿਕਾਰਯੋਗ ਨੇ ਸਾਰੇ ਹੀ, ਕਿਉਂ ਉਹਨਾਂ ਨੇ ਮਾਰਗ ਦੱਸਿਆ ਨਾ ਦੁਨੀਆ ਨੂੰ, ਰਾਹ ਦੱਸਿਆ ਉਹਨਾਂ ਨੇ, ਤੇ ਰਾਹ ਦੱਸਣ ਵਾਲੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪਰ ਜੇ ਰਾਹ ਦੱਸਣ ਵਾਲਾ ਆਪਣੇ ਨਾਲ ਜੋੜੇ, ਉਹ ਰਾਹ ਦੱਸਣ ਵਾਲਾ ਵੀ ਮਾੜਾ ਹੈ। ਅਵਤਾਰ ਦਾ ਕੰਮ ਪਰਮਾਤਮਾ ਤੈਂ ਦਾ ਰਸਤਾ ਤੈਅ ਕਰਨਾ ਹੈ, ਰਸਤਾ ਦੱਸਣਾ ਹੈ। ਜਿੰਨੇ ਅਵਤਾਰ ਆਏ ਉਹ ਰਸਤਾ ਦੱਸਦੇ ਰਹੇ ਨੇ। ਇਸ ਕਰਕੇ ਸਾਧ ਸੰਗਤ ਉਹਨਾਂ ਨੂੰ ਕਿਹਾ ਭਾਈ ਅੱਜ ਤੋਂ ਬਾਅਦ ਜੰਤਰ ਮੰਤਰ ਵੱਲ ਨਹੀਂ ਜਾਣਾ, ਪਰਮਾਤਮਾ ਦਾ ਨਾਮ ਜਪੋ, ਇਹ ਸਭ ਤੋਂ ਵੱਡਾ ਹੀ ਮੰਤਰ ਹੈ। ਗੁਰਮੁਖ ਭਏ ਭਗਤ ਕੋ ਲਾਗੇ,
ਦੀਰਘ ਭਾਗ ਭਾਲ ਜਿਨ ਜਾਗੇ। ਕਿੱਡੀ ਵੱਡੀ ਗੱਲ ਕਹਿੰਦੇ, ਜਦੋਂ ਕਹਿੰਦੇ ਮੱਥੇ ਦੇ ਉਹਨਾਂ ਦੇ ਚੰਗੇ ਭਾਗ ਜਾਗੇ, ਫਿਰ ਗੁਰਮੁਖ ਹੋ ਕੇ ਬੰਦਗੀ ਕਰਨ ਲੱਗ ਪਏ। ਕਿਉਂਕਿ ਸਾਧ ਸੰਗਤ ਬੰਦਗੀ ਮਨੁੱਖ ਕਰਦਾ ਹੀ ਉਦੋਂ ਜਦੋਂ ਕਰਮ ਜਾਗਦੇ ਨੇ, ਬਿਨਾਂ ਕਰਮਾਂ ਤੋਂ ਬੰਦਗੀ ਨਹੀਂ ਹੈ। ਬੜੀ ਵਾਰੀ ਬੇਨਤੀ ਕੀਤੀ, ਕਹਿੰਦੇ ਫਲਾਣਾ ਤੇ ਕਦੀ ਰੱਬ ਦਾ ਨਾਂ ਲੈਂਦਾ ਹੀ ਨਹੀਂ। ਲੈਂਦਾ ਕਿ ਉਹਨੂੰ ਰੱਬ ਨੇ ਦਿੱਤਾ ਹੀ ਨਹੀਂ। ਫਲਾਣਾ ਤੇ ਕਦੀ ਗੁਰਦੁਆਰੇ ਨਹੀਂ ਆਉਂਦਾ, ਐਸ਼ਾ ਕਰਦਾ ਫਿਰਦਾ। ਐਸ਼ਾ ਨਹੀਂ ਹੈ ਸਾਧ ਸੰਗਤ। ਜਿਹਨੂੰ ਹਜੇ ਕਿਸੇ ਦੇ ਮਾੜੇ ਕੰਮਾਂ ਵਿੱਚ ਐਸ਼ਾ ਲੱਗਦੀਆਂ ਨੇ ਨਾ, ਉਹ ਬੰਦਾ ਆਪ ਹੀ ਗਲਤ ਹੈ। ਹਜੇ ਉਹਨੂੰ ਪੁੱਛ ਕੇ ਤੇ ਵੇਖੋ, ਜਿਹੜਾ ਮਨੁੱਖ ਸਾਰਾ ਦਿਨ ਅਵਾਰਾ ਕੰਮਾਂ 'ਚ ਤੁਰਿਆ ਫਿਰਦਾ ਹੈ, ਉਹਦਾ ਮਨ ਕਿੱਡਾ ਪਰੇਸ਼ਾਨ ਹੈ। ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਇਹ ਸਾਧ ਸੰਗਤ ਭੁੱਲ ਹੈ ਮਨੁੱਖ ਦੀ। ਦੂਰੋਂ ਦੂਰ ਦੇ ਢੋਲ ਸੁਹਾਵਣੇ ਨੇ। ਦੂਰੋਂ ਇਵੇਂ ਲੱਗਦਾ ਸਾਰੇ ਮਨੁੱਖ ਬੜੇ ਸੁਖੀ ਨੇ। ਪਰ ਬਾਣੀ ਕਹਿੰਦੀ, ਜਿਸ ਮਾਨੁਖ ਪਹਿ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਕਿਸੇ ਨੂੰ ਵੀ ਛੇੜ ਕੇ ਵੇਖ ਲਓ ਦੁਨੀਆ 'ਚ, ਜਿਹਦੇ ਕੋਲ ਧਨ ਹੈ, ਕੋਈ ਹੋਰ ਦਿੱਕਤ ਹੋਏਗੀ। ਦਿੱਕਤ ਸਾਰਿਆਂ ਨੂੰ ਹੀ ਹੈ, ਥੋੜੀ ਮੋਟੀ ਸਾਰਿਆਂ ਨੂੰ ਹੀ ਹੈ। ਪਰ ਜਿਹਨੂੰ ਥੋੜੀ ਜਿਹੀ ਵੀ ਦਿੱਕਤ ਹੈ, ਸਮਝੋ ਸਾਰੀ ਦਿੱਕਤ ਹੈ ਉਹਦੇ ਕੋਲ, ਪਰੇਸ਼ਾਨ ਹੈ ਸਾਰਾ ਦਿਨ ਹੀ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਉਹਨਾਂ ਸਿੱਖਾਂ ਨੇ ਜਦੋਂ ਉਹਨਾਂ ਦੇ ਮੱਥੇ ਦੇ ਭਾਗ ਜਾਗੇ, ਪਰਮੇਸ਼ਰ ਦੀ ਬੰਦਗੀ ਵਿੱਚ ਲੱਗ ਗਏ ਹਨ। ਮਨ ਬਾਛਤ ਕੋ ਜਾਚਤ ਤਬੈ, ਇਨ ਬਰ ਤੇ ਪ੍ਰਾਪਤ ਹੋਏ ਤਬੈ। ਆਪਣੇ ਮਨ ਦੇ ਵਿੱਚ ਜੋ ਵੀ ਇੱਛਾ ਲੈਂਦੇ ਨੇ, ਉਹ ਗੁਰਮੁਖ ਜਿਨ੍ਹਾਂ ਨੂੰ ਗੁਰੂ ਨੇ ਜਿਨ੍ਹਾਂ ਨੂੰ ਵਰ ਦਿੱਤਾ ਹੋਇਆ ਹੈ, ਇਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਹਨ। ਧਰਮਸਾਲ ਸੁੰਦਰ ਬਨਵਾਈ, ਸਤ ਸੰਗਤ ਨਿਤ ਹੋਵੈ ਸਮੁਦਾਈ। ਸਾਧ ਸੰਗਤ ਫਿਰ ਉਹਨਾਂ ਨੇ ਇੱਕ ਧਰਮਸ਼ਾਲ ਬਣਵਾਈ। ਧਰਮਸ਼ਾਲ ਜਿੱਥੇ ਧਰਮ ਦੀ ਗੱਲ ਹੋਏ, ਨਿਆਂ ਦੀ ਗੱਲ ਹੋਏ। ਪਹਿਲੇ ਸਮਿਆਂ 'ਚ ਨਾ ਮਨੁੱਖ 2-2 ਟਾਈਮ ਧਰਮਸ਼ਾਲਾ 'ਚ ਜਾਂਦਾ ਸੀ ਸਾਧ ਸੰਗਤ। 2 ਟਾਈਮ ਗੁਰਦੁਆਰੇ ਮੰਦਿਰ ਸਾਰੀ ਥਾਂ 2 ਵਾਰੀ। ਅੱਜ 1 ਵਾਰੀ ਵੀ ਨਹੀਂ ਜਾ ਰਿਹਾ। ਇਹਦਾ ਕਾਰਨ ਪਤਾ ਕੀ ਹੈ? ਮਨੁੱਖ ਦੀ ਜ਼ਿੰਦਗੀ ਵਿੱਚ ਜ਼ਰੂਰਤ ਸੀ ਰੋਟੀ ਪਾਣੀ। ਜਿਹਨੂੰ ਪਰਮਾਤਮਾ ਨੇ ਵਾਧੂ ਰੋਟੀ ਪਾਣੀ ਦੇ ਦਿੱਤਾ ਹੈ ਨਾ, ਉਹਦੇ ਕੋਲ ਰੱਬ ਦਾ ਨਾਂ ਤੇ ਜਾਂਦਾ ਹੀ ਰਿਹਾ। ਉਹ ਹੁਣ ਪਸ਼ੂ ਜਿਵੇਂ ਖਾਂਦਾ ਹੈ ਤੇ ਸੋ ਜਾਂਦਾ, ਤੀਜਾ ਕੰਮ ਨਹੀਂ ਹੈ ਉਹਨੂੰ। ਤਾਂ ਹੀ ਵੇਖਣਾ ਵੱਡੇ ਪਿੰਡਾਂ ਦੇ ਵਿੱਚ, ਗੁਰਦੁਆਰਿਆਂ ਵਿੱਚ ਸ਼ਾਮ ਨੂੰ ਨਾ ਕੋਈ ਸੁਣਨ ਵਾਲਾ ਹੈ। ਸੁਣਾਉਣ ਵਾਲਾ ਇਕੱਲਾ ਹੀ ਬੋਲੀ ਜਾ ਰਿਹਾ, ਕੋਈ ਸੁਣਨ ਆਉਂਦਾ ਹੀ ਨਹੀਂ। ਨਾ ਸਵੇਰੇ ਆਉਂਦਾ, ਨਾ ਮੰਦਰਾਂ ਵਿੱਚ ਹੁਣ ਭੀੜ ਹੈ, ਨਾ ਮਸਜਿਦਾਂ ਵਿੱਚ ਹੈ। ਤੇ ਮਨੁੱਖ ਆਪਣੇ ਆਪ ਨੂੰ ਕਹਿੰਦਾ ਮੈਂ ਬਿਜੀ ਬਣਾ, ਮੈਂ ਵਿਅਸਤ ਬੜਾ। ਇਹ ਪਤਾ ਨਹੀਂ ਹੁਣ ਵਿਅਸਤ ਕਿੱਥੇ ਹੈ। ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖ ਪਤਾ ਹੀ ਕਾਹਦੇ ਵਾਸਤੇ ਬਿਜੀ ਹੈ। ਇਹ ਆਪਣੇ ਵੱਲੋਂ ਬੜਾ ਚਲਾਕ ਹੋ ਕੇ ਯਤਨ ਕਰ ਰਿਹਾ ਸੁਖੀ ਹੋਣ ਦੇ, ਆਪਣੇ ਵੱਲੋਂ, ਆਪਣੇ ਮਨ ਦੇ ਨਾਲ। ਗੁਰੂ ਨੇ ਨਹੀਂ ਇਹਨੂੰ ਕਿਹਾ ਵੀ ਇਸ ਤਰੀਕੇ ਨਾਲ ਤੂੰ ਬਿਜੀ ਰਹਿ। ਗੁਰੂ ਤਾਂ ਕਹਿੰਦਾ 2 ਟਾਈਮ ਆ ਕੇ ਸੰਗਤ ਕਰਿਆ ਕਰ। ਇਹ ਚਲਾਕ ਬਣ ਰਿਹਾ ਆਪਣੇ ਆਪ 'ਚ। ਪਰ ਜਿੰਨੇ ਵੀ ਯਤਨ ਇਹ ਕਰੇਗਾ ਨਾ, ਉਨੇ ਹੀ ਇਹ ਦੁਖੀ ਹੈ। ਇਹ ਮਨੁੱਖ ਦੇ ਯਤਨ ਪਤਾ ਵੀ ਕੈਸੇ ਨੇ। ਜਿਵੇਂ ਰਾਜਸਥਾਨ ਦੇ ਵਿੱਚ ਹਿਰਨ ਹੁੰਦਾ ਹੈ ਨਾ, ਹਿਰਨ ਦੂਰ ਵੇਖਦਾ ਪਾਣੀ ਹੈ, ਜਦੋਂ 2 ਕਿਲੋਮੀਟਰ ਪਹੁੰਚਦਾ ਉੱਥੇ ਪਾਣੀ ਹੁੰਦਾ ਹੀ ਨਹੀਂ। ਉਹ ਹਵਾ ਦੇ ਧੁੱਪ ਦੇ ਨਾਲ, ਜਿਵੇਂ ਆਪਾਂ ਨੂੰ GT ਰੋਡ ਤੇ ਪਾਣੀ ਲੱਗਦਾ ਨਾ ਅੱਗੇ, ਇਵੇਂ ਮਨੁੱਖ ਵੀ ਐਵੇਂ ਹੀ ਹੈ। ਜਿਸ ਦਿਨ ਦਾ ਜਨਮਿਆ ਨਾ, 19-20 ਸਾਲ ਤੋਂ ਜਿੱਦਣ ਦਾ ਸ਼ੁਰੂ ਹੋਇਆ ਹੈ, ਇਹ ਸੋਚਦਾ ਵੀ ਉਹ ਪਰਾਂ ਦੂਰ ਅੱਗੇ ਵੱਡੀ ਕੋਠੀ ਪਈ ਹੈ, ਵੱਡੀ ਗੱਡੀ ਪਈ ਹੈ, ਉੱਥੇ ਪਹੁੰਚਾਂਗਾ ਤੇ ਬਸ ਇੱਕਦਮ ਪਿਆਸ ਬੁੱਝ ਜਾਏਗੀ। ਉੱਥੇ ਪਹੁੰਚਿਆ, ਪਿਆਸ ਦੁਗਣੀ ਹੋ ਗਈ। ਬੁੱਝਣੀ ਦੇ ਕੀ ਸੀ, ਕਿਉਂ ਹੈ ਹੀ ਨਹੀਂ ਸੀ। ਪਿਆਸ ਕਦੇ ਵੀ ਪਦਾਰਥਾਂ ਨਾਲ ਨਹੀਂ ਬੁੱਝਦੀ ਸਾਧ ਸੰਗਤ। ਤਨ ਨੂੰ ਰੋਟੀ ਦੀ ਲੋੜ ਹੈ, ਰੋਟੀ ਖਵਾ ਦਿਓ ਇਹ ਰੱਜ ਜਾਏਗਾ। ਮਨ ਨੂੰ ਬੰਦਗੀ ਦੀ ਲੋੜ ਹੈ, ਬੰਦਗੀ ਤੋਂ ਬਿਨਾਂ ਇਹਨੇ ਰੱਜਣਾ ਹੀ ਨਹੀਂ। ਬਾਣੀ ਕਹਿੰਦੀ, ਨਾਨਕ ਭੁੱਖਾ ਤਾਂ ਰੱਜੈ, ਗੁਣ ਕਹਿ ਗੁਣੀ ਸਮਾਏ। ਜਿਸ ਦਿਨ ਇਹ ਪਰਮਾਤਮਾ ਦੇ ਗੁਣ ਗਾਏਗਾ, ਇਹਨੂੰ ਗਿਆਨ ਹੋਏਗਾ ਇਹ ਸੱਚ ਨਹੀਂ ਹੈ ਜੋ ਕੁਝ ਕਮਾ ਰਹੇ ਹੈ ਤੂੰ, ਫਿਰ ਇਹਦੀ ਪਿਆਸ ਉਤਰਨੀ। ਉਵੇਂ ਨਹੀਂ ਉਤਰਨੀ, ਉਵੇਂ ਤੇ ਮੋਹ ਵਿੱਚ ਤੁਰਿਆ ਹੋਇਆ ਹੈ। ਮਨੁੱਖ ਅੱਜ ਦੇ ਸਮੇਂ 'ਚ ਆਪਣੇ ਆਪ 'ਚ ਚਲਾਕ ਬਣ ਬੈਠਾ ਹੈ। ਇਹਨੂੰ ਅੱਜ ਦੇ ਸਮੇਂ ਵਿੱਚ ਕਿਸੇ ਗੁਰੂ ਪੀਰ ਦੀ ਜ਼ਰੂਰਤ ਨਹੀਂ ਹੈ। ਇਹ ਗੁਰੂ ਪੀਰ ਦੇ ਸਾਹਮਣੇ ਆਪਣੀ ਮੰਗ ਲੈ ਕੇ ਆਉਂਦਾ ਹੈ, ਬਸ ਮੇਰੀ ਇਹ ਚੀਜ਼ ਪੂਰੀ ਕਰ ਦੇ। ਗੁਰੂ ਕਹਿੰਦਾ ਪਹਿਲਾਂ ਮੈਨੂੰ ਪੁੱਛ ਤੇ ਲੈ ਵੀ ਜੋ ਕੁਝ ਤੂੰ ਮੰਗ ਰਿਹਾ ਠੀਕ ਵੀ ਹੈ ਕਿ ਨਹੀਂ ਹੈ। ਉਹ ਨਹੀਂ ਹੈ, ਬਸ ਜੋ ਮੈਂ ਮੰਗ ਰਿਹਾ ਉਹ ਪੂਰਾ ਕਰ। ਸਾਧ ਸੰਗਤ ਯਾਦ ਰੱਖਣਾ,
ਕਈ ਵਾਰੀ ਪਰਮਾਤਮਾ ਨੇ ਜੋ ਕੁਛ ਸਾਨੂੰ ਨਹੀਂ ਨਾ ਦਿੱਤਾ, ਕਈ ਵਾਰੀ ਠੀਕ ਸਮਝ ਕੇ ਦਿੱਤਾ ਹੈ। ਜਾਂ ਇਹ ਵੀ ਗੱਲ ਯਾਦ ਰੱਖਣਾ। ਇੱਕ ਵਾਰੀ ਇੱਕ ਮਿਦਾਸ ਨਾਂ ਦਾ ਰਾਜਾ ਹੋਇਆ, ਉਹਨੇ ਬੜੀ ਬੰਦਗੀ ਕੀਤੀ, ਰੱਬ ਨੂੰ ਕਹਿੰਦਾ ਮੈਨੂੰ ਵਰ ਦੇ, ਜਿਹੜੀ ਵੀ ਚੀਜ਼ ਨੂੰ ਹੱਥ ਲਾਵਾਂ ਉਹ ਸੋਨੇ ਦੀ ਬਣ ਜਾਏ। ਪਰਮਾਤਮਾ ਕਹਿੰਦਾ ਇਹ ਵਰ ਨਾ ਮੰਗ, ਤੇਰੇ ਵਾਸਤੇ ਠੀਕ ਨਹੀਂ ਹੈ। ਕਹਿੰਦਾ ਨਹੀਂ ਮੈਨੂੰ ਦੇ, ਬੰਦਗੀ ਕੀਤੀ ਹੈ। ਕਹਿੰਦਾ ਨਹੀਂ, ਬੰਦਗੀ ਤੂੰ ਕੀਤੀ ਹੈ ਠੀਕ ਨਹੀਂ ਹੈ, ਚਾਹੀਦਾ, ਕਹਿੰਦਾ ਮੰਗਣਾ ਹੈ। ਪਰਮਾਤਮਾ ਕਹਿੰਦਾ ਠੀਕ ਹੈ ਬਈ, ਜਦੋਂ ਤੂੰ ਨਹੀਂ ਮੰਨਦਾ ਤੇ ਜਦੋਂ ਮਨੁੱਖ ਪਰਮਾਤਮਾ ਇੱਕ ਚੀਜ਼ ਨਹੀਂ ਨਾ ਦੇ ਰਿਹਾ, ਮਨੁੱਖ ਕਹਿੰਦਾ ਮੈਂ ਫਿਰ ਪਾਠ ਕਰਾਂਗਾ, ਫਿਰ ਧੱਕੇ ਨਾਲ ਪਰਮਾਤਮਾ ਦੇ ਅੱਗੇ। ਪਰਮਾਤਮਾ ਕਹਿੰਦਾ ਜਾ ਬਈ, ਜਿਵੇਂ ਬੱਚਾ ਹੈ ਨਾ, ਬਾਰ-ਬਾਰ ਕਿਸੇ ਮਾੜੀ ਚੀਜ਼ ਦੀ ਮੰਗ ਕਰੇ, ਪਿਤਾ ਪਹਿਲਾਂ ਕਹਿੰਦਾ ਰਹਿਣ ਦੇ ਰਹਿਣ ਦੇ ਰਹਿਣ ਦੇ, ਜਦੋਂ ਖਹਿੜੇ ਹੀ ਪੈ ਜਾਏ ਨਾ, ਕਹਿੰਦਾ ਜਾ ਫਿਰ ਦਫਾ ਹੋ, ਲੈ ਜੋ ਮਰਜ਼ੀ, ਜਿੱਥੇ ਮਰਜ਼ੀ ਤੁਰਿਆ ਫਿਰ। ਪਰਮਾਤਮਾ ਕਹਿੰਦਾ ਠੀਕ ਹੈ ਭਾਈ, ਤਥਾਸਤੂ, ਲੈ ਜਾ ਭਾਈ। ਘਰ ਆਇਆ, ਸੋਨੇ ਦਾ ਵਰ ਲੈ ਲਿਆ। ਆ ਕੇ ਉਹਨਾਂ ਕਿਹਾ ਲੈ ਦੁੱਧ ਪੀ ਲਾ, ਹੱਥ ਲਾਇਆ, ਦੁੱਧ ਵੀ ਸੋਨੇ ਦਾ, ਗਲਾਸ ਫੜਿਆ ਸੋਨੇ ਦਾ। ਆ ਕੇ ਸੌਣ ਲੱਗਿਆ, ਬਿਸਤਰੇ ਦੇ ਹੱਥ ਲੱਗੇ, ਬਿਸਤਰਾ ਸੌਣ ਚੁਭੇ, ਥੱਲੋਂ ਸੋਨਾ ਸੀ। ਚਾਦਰ ਉੱਤੇ ਲੈਣ ਲੱਗਿਆ, ਹੱਥ ਲਾਏ, ਸੋਨੇ ਦੀ। ਗੁੜੀਆਂ ਮਿਲਣ ਲਈ ਆਈ, ਗੁੜੀਆਂ ਨੂੰ ਹੱਥ ਲਾਇਆ, ਉਹ ਵੀ ਸੋਨੇ ਦੀ। ਪਰਮਾਤਮਾ ਨੂੰ ਕਹਿੰਦਾ ਵਾਰ ਆਪਣਾ ਵਾਪਸ ਲੈ ਲਾ। ਕਹਿੰਦਾ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ, ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਇਹ ਤੇਰੇ ਲਈ ਠੀਕ ਨਹੀਂ ਹੈ। ਮਨੁੱਖ ਬਾਣੀ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮਨੁੱਖ ਤੂੰ ਅਗਿਆਨੀ ਹੈ, ਤੇਰੀ ਮੱਤ ਛੋਟੀ ਹੈ, ਪਰਮਾਤਮਾ ਅੱਗੇ ਅੜੀਆਂ ਨਾ ਕਰ। ਉਹ ਬੜਾ ਵੱਡਾ ਹੈ, ਉਹਨੇ ਜਿੱਥੇ ਜਿਹਨੂੰ ਰੱਖਿਆ ਹੈ, ਜੋ ਕੁਝ ਦੇ ਰਿਹਾ ਬੜਾ ਸੋਚ ਸਮਝ ਕੇ ਦੇ ਰਿਹਾ ਹੈ। ਜੇ ਸਾਧ ਸੰਗਤ ਮਨੁੱਖ ਦੇ ਹਿਸਾਬ ਨਾਲ ਪਰਮਾਤਮਾ ਤੁਰੇ ਤੇ ਇਹ ਧਰਤੀ ਕਦੋਂ ਦੀ ਖਤਮ ਹੋ ਜਾਏ। ਸਾਡੇ ਹਿਸਾਬ ਨਾਲ ਪਰਮਾਤਮਾ ਤੁਰੇ ਅਸੀਂ ਤੇ ਕਦੋਂ ਦੀ ਜ਼ਿੰਦਗੀ ਖਰਾਬ ਕਰ ਲੈਣੀ ਸੀ, ਕਦੋਂ ਦੀ। ਇਹਦੇ ਸ਼ੁਕਰ ਕਰਨਾ ਚਾਹੀਦਾ, ਉਹ ਸਾਡੇ ਹਿਸਾਬ ਨਾਲ ਤੁਰਦਾ ਹੀ ਨਹੀਂ। ਅਸੀਂ ਕਿੰਨੀਆਂ ਚੀਜ਼ਾਂ ਮੰਗਦੇ ਹਾਂ, ਨਹੀਂ ਦਿੰਦਾ। ਪਿਛਲੇ 5 ਸਾਲਾਂ 'ਚ ਕਿੰਨਾ ਕੁਝ ਮੰਗਿਆ, ਨਹੀਂ ਦਿੱਤਾ ਕਈ ਚੀਜ਼ਾਂ। ਉਹਨੂੰ ਪਤਾ ਹੈ ਜੋ ਕੁਝ ਅਸੀਂ ਮੰਗਦੇ ਹਾਂ ਨਾ, ਅੱਜ ਬੇਨਤੀ ਕਰ ਲਓ ਵੀ ਸਾਰਾ ਹੀ ਦੇ ਦੇ, ਪਤਾ ਨਹੀਂ ਜ਼ਿੰਦਗੀ ਕਿਹੋ ਜਿਹੀ ਹੋ ਜਾਏਗੀ। ਇਸ ਕਰਕੇ ਜੋ ਕੁਝ ਉਹਨੇ ਦਿੱਤਾ ਉੱਥੇ ਰਾਜੀ ਰਹਿਣ ਦੇ ਵਿੱਚ ਫਾਇਦਾ ਹੈ ਮਨੁੱਖ ਦਾ। ਇਸ ਕਰਕੇ ਮਹਾਰਾਜ ਜੀ ਦੇ ਉੱਥੇ ਧਰਮਸ਼ਾਲਾ ਬਣਵਾਈ ਉਹਨਾਂ, 2 ਟਾਈਮ ਸਤ ਸੰਗਤ ਵਿੱਚ ਆਉਣਾ, ਕਿਉਂ ਬੀਜੀ ਨਹੀਂ ਸੀ ਨਾ। ਹੁਣ ਮਨੁੱਖ ਵਿਅਸਤ ਹੋ ਗਿਆ, ਔਰ ਵਿਅਸਤ ਕਿਹੜੀ ਚੀਜ਼ 'ਚ ਹੋ ਗਿਆ ਪਤਾ ਹੀ ਨਹੀਂ, ਕਾਹਦੇ ਵਾਸਤੇ ਵਿਅਸਤ ਹੋਇਆ ਇਹ ਵੀ ਨਹੀਂ ਪਤਾ। ਪਹਿਲਾਂ ਆਮ ਕਰਕੇ ਸੰਗਤ ਵਿੱਚ ਆਉਣਾ, ਸਵੇਰੇ ਆਉਣਾ, ਸ਼ਾਮੀ ਆਉਣਾ। ਹੁਣ ਸਾਧ ਸੰਗਤ ਮੈਨੂੰ ਤਾਂ ਐਵੇਂ ਲੱਗਦਾ ਅੱਜ ਤੋਂ 50 ਸਾਲ ਪਹਿਲਾਂ ਨਾ, ਘਰ ਦੇ ਇੱਕ ਮੈਂਬਰ ਨੇ ਕਮਾਉਣਾ ਤੇ 20 ਪਰਿਵਾਰ ਦੇ ਪਰਸਨ ਹੁੰਦੇ, ਸਾਰੇ ਹੀ ਰੱਜੇ ਰਹਿੰਦੇ ਸੀ, ਸਾਰੇ ਆਨੰਦ ਸੀ। ਪਿੰਡ ਦੇ ਵਿੱਚ ਇੰਨਾ ਪਿਆਰ ਹੋਣਾ, ਇੱਕ ਦੂਜੇ ਦੇ ਪ੍ਰੋਗਰਾਮਾਂ 'ਤੇ ਤੁਰੇ ਫਿਰਨਾ, ਸਾਰਿਆਂ ਨੇ ਪਿਆਰ ਵਿੱਚ। ਅੱਜ ਘਰ ਦੇ 4 ਮੈਂਬਰ ਨੇ, ਚਾਰੇ ਹੀ ਪੜ੍ਹੇ ਲਿਖੇ ਨੇ, ਚਾਰੇ ਹੀ ਕਮਾਉਂਦੇ ਨੇ, ਤੇ ਫਿਰ ਲੜਾਈ ਵੱਜਦੀ ਹੈ ਘਰ ਵਿੱਚ। ਇਹ ਪਤਾ ਨਹੀਂ ਕੀ, ਇਹ ਗੱਲ ਦੀ ਨਹੀਂ ਸਮਝ ਆ ਰਹੀ ਕਿਉਂ। ਕਦੇ ਇੱਕ ਕਮਾਉਣ ਵਾਲਾ ਤੇ 20 ਰੱਜ ਕੇ ਖਾਂਦੇ ਨੇ, ਤੇ ਸਾਰਾ ਪਿੰਡ ਪਿਆਰ ਨਾਲ ਰਹਿੰਦਾ ਹੈ। ਅੱਜ 4 ਕਮਾਉਣ ਵਾਲੇ ਨੇ, ਚਾਰੇ ਕਮਾ ਕੇ ਆਉਂਦੇ ਨੇ, ਚਾਰੇ ਹੀ ਬਿਜੀ ਨੇ, ਚਾਰੇ ਹੀ ਲੜਦੇ ਨੇ। ਪਤਾ ਕੀ ਰਹਿੰਦੇ ਵੀ ਇਕੱਠੇ, ਰਾਤ ਨੂੰ ਇਕੱਠੇ ਹੋਣਾ, ਰਾਤ ਨੂੰ ਲੜਨਾ ਹੈ। ਸੁੱਖ ਤੇ ਹਜੇ ਵੀ ਨਹੀਂ ਹੋਇਆ। ਇਹਦਾ ਮਨੁੱਖ ਸਾਧ ਸੰਗਤ ਇੰਗਲਿਸ਼ ਵਿੱਚ ਕਹਿੰਦੇ ਸਮਥਿੰਗ ਇਜ਼ ਰੋਂਗ, ਕੁਝ ਗਲਤ ਚੱਲ ਰਿਹਾ ਜ਼ਿੰਦਗੀ 'ਚ। ਗਲਤ ਕੀ ਹੈ? ਗੁਰੂ ਤੋਂ ਨਹੀਂ ਪੁੱਛਿਆ, ਗੁਰੂ ਤੋਂ ਕਦੀ ਐਡਵਾਈਸ ਨਹੀਂ ਲਈ, ਕਦੀ ਬਾਣੀ ਤੇ ਵਿਚਾਰ ਨਹੀਂ ਕੀਤੀ ਕਿ ਮਹਾਰਾਜ ਮੇਰੀ ਜ਼ਿੰਦਗੀ ਠੀਕ ਹੈ, ਜੋ ਮੈਂ ਕਰ ਰਿਹਾ ਠੀਕ ਹੈ। ਸਾਧ ਸੰਗਤ ਗੁਰੂ ਸ਼ੀਸ਼ਾ ਹੁੰਦਾ ਹੈ, ਸ਼ੀਸ਼ੇ ਦੇ ਅੱਗੇ ਖਲੋਈਏ ਨਾ, ਆਪਣੇ ਆਪ ਵਿਖ ਜਾਂਦਾ ਵੀ ਮੈਂ ਕਿੱਥੇ ਖੜਾ। ਗੁਰੂ ਦੀ ਬਾਣੀ ਸ਼ੀਸ਼ਾ, ਉਹਦੇ ਅੱਗੇ ਖਿਲਾਰ ਕੇ ਵੇਖੀਏ, ਪਤਾ ਲੱਗ ਜਾਏਗਾ ਕਿੱਥੇ ਖੜਾ ਹੈ। ਗੁਰੂ ਇੱਕ ਸ਼ੀਸ਼ੇ ਦੇ ਸਮਾਨ ਹੈ, ਕਦੇ ਉਹਦੇ ਸਾਹਮਣੇ ਰੱਖ ਕੇ ਖਲੋਵੋ ਆਪਣੇ ਆਪ ਨੂੰ। ਜਪਜੀ ਸਾਹਿਬ ਦੇ ਸਾਹਮਣੇ ਰੱਖ ਕੇ ਖਲੋਈਏ ਵੀ ਜਪਜੀ ਸਾਹਿਬ ਕੀ ਕਹਿੰਦਾ ਹੈ ਤੇ ਮੇਰੀ ਜ਼ਿੰਦਗੀ ਕੀ ਕਰ ਰਹੀ ਹੈ, ਕਦੇ ਵੇਖੀਏ। ਗੁਰੂ ਨਾਨਕ ਕੀ ਕਹਿ ਰਿਹਾ ਤੇ ਮੈਂ ਕੀ ਕਰ ਰਿਹਾ, ਇਹ ਮਨੁੱਖ ਨੂੰ ਸਮਝਣਾ ਚਾਹੀਦਾ ਹੈ। ਇਸ ਕਰਕੇ ਉਹਨਾਂ ਨੇ ਧਰਮਸ਼ਾਲਾ ਬਣਵਾਈ। ਲੋਕੀ ਸਤ ਸੰਗਤ ਦੇ ਵਿੱਚ 2-2 ਟਾਈਮ ਆਉਂਦੇ ਨੇ, ਤੇ ਕਈ ਵਾਰੀ ਮਨੁੱਖ ਸੋਚਦਾ ਹੈ ਵੀ ਪਰਮਾਤਮਾ ਨੇ ਮੈਨੂੰ ਕਹਿੰਦਾ ਇਹ ਗਰੀਬ ਹੈ, ਪਰਮਾਤਮਾ ਇਹਨੂੰ ਅਮੀਰ ਬਣਾ ਦੇ। ਇੱਕ ਨਾ ਸਾਧ ਸੰਗਤ ਲਾਉਤਸੇ ਹੋਇਆ, ਦੁਨੀਆ ਦਾ ਬੜਾ ਵੱਡਾ ਸੰਤ। ਲਾਉਤਸੇ ਬਿਮਾਰ ਹੋ ਗਿਆ, ਉਹਦੇ ਕੋਲ ਲੋਕ ਚੱਲ ਕੇ ਆਏ, ਉਹਨੂੰ ਕਹਿੰਦੇ ਨੇ ਤੂੰ ਏਡਾ ਵੱਡਾ ਸੰਤ ਹੈ, ਪਰਮਾਤਮਾ ਅੱਗੇ ਬੇਨਤੀ ਕਰ ਤੇਰੇ ਰੋਗ ਨੂੰ ਠੀਕ ਕਰੇ। ਕਹਿੰਦਾ ਮੈਂ ਨਹੀਂ ਬੇਨਤੀ ਕਰਨੀ। ਕਹਿੰਦੇ ਕਿਉਂ? ਕਹਿੰਦੇ ਮੈਨੂੰ ਦੁੱਖ ਵਿੱਚ ਹੀ ਮਜ਼ਾ ਆ ਰਿਹਾ। ਕਹਿੰਦੇ ਕਿਉਂ? ਕਹਿੰਦੇ ਹੁਣ ਮੈਨੂੰ ਦੁੱਖ ਆਇਆ, 24 ਘੰਟੇ ਰੱਬ ਯਾਦ ਹੈ। ਮੈਂ ਬਿਮਾਰ ਹੋਇਆ ਨਾ, ਕਹਿੰਦਾ 24 ਘੰਟੇ ਯਾਦ ਹੈ, ਔਰ ਮੈਨੂੰ ਪਤਾ ਜਿਵੇਂ ਠੀਕ ਕਰੇਗਾ ਕੀ ਪਤਾ 5-4 ਮਿੰਟ ਵਿੱਚੋਂ ਖੁੰਝ ਜਾਵਾਂ।
ਇਸ ਕਰਕੇ ਮੈਂ ਤੇ ਪ੍ਰਮਾਤਮਾ ਨੂੰ ਕਹਿੰਦਾ, ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋਂ ਕਰੀ ਨਾ ਹੋਈ। ਸਾਧ ਸੰਗਤ ਉਹਨਾਂ ਨੇ ਧਰਮਸ਼ਾਲਾ ਬਣਵਾਈ ਜਿੱਥੇ ਬੈਠ ਕੇ ਦੋਵੇਂ ਟਾਈਮ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ। ਅਪਰ ਹੁਤੇ ਮਠ ਜਿਸ ਜਿਸ ਥਾਨ, ਕਰ ਕਰ ਭਗਨ ਦਏ ਬਚ ਮਾਨ। ਹੋਰ ਵੀ ਜਿੱਥੇ ਜਿੱਥੇ ਮੱਠ ਸਨ, ਉਹ ਲੋਕੀ ਕਹਿੰਦੇ ਹੁਣ ਅਸੀਂ ਮੱਠਾਂ ਵਿੱਚ ਨਹੀਂ ਜਾਣਾ, ਅਸੀਂ ਤੇ ਹੁਣ ਪਰਮੇਸ਼ਰ ਦਾ ਨਾਮ ਜਪਿਆ ਕਰਾਂਗੇ। ਤਹਾਂ ਧਰਮਸ਼ਾਲਾ ਬਨਵਾਏ, ਨਾਮ ਦਾਨ ਇਸਨਾਨ ਦ੍ਰਿੜਾਏ। ਲੋਕਾਂ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਘਰ ਘਰ ਦੇ ਵਿੱਚ ਲੋਕੀ ਆਪਣੇ ਬੱਚਿਆਂ ਨੂੰ ਭਾਉਣਾ, ਸਾਰੇ ਲੋਕ ਉਸ ਟਾਈਮ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ ਹਨ। ਜੰਤਰ ਮੰਤਰ ਤੈ ਤੇ ਕਰ ਦੂਰ, ਦੇਸ ਵਿਦਤ ਸਿੱਖੀ ਸੁਖ ਪੂਰ। ਜੰਤਰਾਂ ਮੰਤਰਾਂ ਨੂੰ ਦੂਰ ਕਰਕੇ ਸੁੱਖ ਦੇਣ ਵਾਲਾ ਮਾਰਗ, ਪਰਮੇਸ਼ਰ ਦੀ ਬੰਦਗੀ ਦਾ ਮਾਰਗ ਮਨੁੱਖ ਨੇ ਧਾਰਨ ਕਰ ਲਿਆ ਹੈ। ਦੁਰਮਤ ਸਭ ਕੀ ਕੀਨ ਵਿਨਾਸ਼, ਪੂਰਤ ਭਏ ਸਬਨ ਕੀ ਆਸ। ਜਦੋਂ ਦੁਰਮਤ ਦਾ ਨਾਸ਼ ਹੋ ਗਿਆ, ਰੱਬ ਦਾ ਨਾਂ ਜਪਣ ਲੱਗ ਪਏ, ਆਸਾਂ ਵੀ ਪੂਰੀਆਂ ਹੋਣ ਲੱਗ ਪਈਆਂ। ਫਿਰ ਜਿਹੜੀ ਵੀ ਆਸ ਮਨੁੱਖ ਕਰੇਗਾ ਸ਼ੁਭ ਕਰੇਗਾ। ਜਦੋਂ ਨਾਮ ਜਪ ਕੇ ਕੁਝ ਮੰਗੇਗਾ ਨਾ, ਜ਼ਰੂਰਤ ਦਾ ਮੰਗੇਗਾ ਬਸ। ਦੁਰਮਤ ਦੂਰ ਹੁੰਦੀ ਹੈ। ਬਾਣੀ ਤੇ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਸਾਧ ਸੰਗਤ ਕਿਸੇ ਦੀ ਜ਼ਿੰਦਗੀ ਵਿੱਚ ਅੱਜ ਵੀ ਪਰੇਸ਼ਾਨੀ ਹੈ ਨਾ, ਗੁਰਬਾਣੀ ਦਾ ਸ਼ੀਸ਼ਾ ਹੈ, ਵੇਖ ਲੈਣਾ ਚਾਹੀਦਾ ਕਿਤੇ ਮੈਨੂੰ ਪਰਮੇਸ਼ਰ ਯਾਦ ਹੈ ਕਿ ਨਹੀਂ। ਜਿਸ ਦਿਨ ਪਰਮੇਸ਼ਰ ਭੁੱਲ ਜਾਂਦਾ ਹੈ, ਸਾਧ ਸੰਗਤ ਮਨੁੱਖ ਦਾ ਵਿਹਾਰ ਖਰਾਬ ਹੋ ਜਾਂਦਾ ਉਸ ਦਿਨ। ਪੰਜ ਵਕਾਰ ਉਹਨੂੰ ਚਿਮੜ ਜਾਂਦੇ ਨੇ। ਉਹਦਾ ਖਾਣ ਪੀਣ ਦਾ ਵੀ ਸਿਸਟਮ ਖਰਾਬ ਹੋ ਜਾਂਦਾ ਹੈ। ਖਾਣ ਪੀਣ ਵਿੱਚ ਵੀ ਸੰਜਮ ਖਤਮ ਹੋ ਜਾਂਦਾ ਉਹ ਮਨੁੱਖ ਦਾ, ਜਿਹੜਾ ਪਰਮੇਸ਼ਰ ਨੂੰ ਭੁੱਲ ਜਾਏ। ਕਿਉਂਕਿ ਖਾਣ ਪੀਣ ਦਾ ਵੀ ਉਹਦੇ ਉੱਤੇ ਸੰਜਮ ਨਹੀਂ ਰਹਿੰਦਾ। ਜਿਹੜੇ ਪਰਮੇਸ਼ਰ ਨਾਲ ਚੱਲਦੇ ਨੇ, ਨਾਮ ਜਪਦੇ ਨੇ, ਉਹ ਤੇ ਖਾਣ ਪੀਣ ਵਿੱਚ ਵੀ ਸੰਜਮ ਰੱਖਦੇ ਹਨ। ਅਜਮਤ ਆਪਣੀ ਦੇ ਦਿਖ ਰਾਏ, ਪਰੇ ਚਰਨ ਮਾਨਵ ਸਮੁਦਾਏ। ਉਹਨਾਂ ਆਪਣੀ ਅਜਮਤ ਵਿਖਾਈ ਸਾਰਿਆਂ ਨੂੰ। ਜਦੋਂ ਅਜਮਤ ਵੇਖੀ, ਸਾਰੇ ਮਨੁੱਖ ਸਿੱਖਾਂ ਦੀ ਅਜਮਤ ਵੇਖ ਕੇ ਉਹਨਾਂ ਦੇ ਚਰਨਾਂ ਤੇ ਪੈ ਗਏ ਹਨ। ਭਾਂਤ ਅਨੇਕਨ ਅਰਪ ਉਪਾਇਨ, ਸਤ ਸੰਗਤ ਦੇ ਭੋਜਨ ਆਇਨ। ਅਨੇਕਾਂ ਪ੍ਰਕਾਰ ਦੇ ਨਜ਼ਰਾਨੇ ਉਹਨਾਂ ਸਿੱਖਾਂ ਨੂੰ ਭਾਈ ਕਟਾਰੇ ਤੇ ਭਾਈ ਫਿਰੀਏ ਨੂੰ ਭੇਟ ਕੀਤੇ, ਤੇ ਨਾਲੇ ਸਤ ਸੰਗਤ ਨੂੰ ਆਪਣੇ ਘਰ ਵਿੱਚ ਹੁਣ ਲੰਗਰ ਛਕਾਉਂਦੇ ਹਨ। ਸਗਰੋ ਦੇਸ ਨਿਹਾਲ ਵਿਸਾਲੇ, ਗੁਰ ਸਿੱਖੀ ਕੈ ਮਾਰਗ ਚਾਲੇ। ਸਾਰਾ ਹੀ ਦੇਸ਼ ਬੇਹੱਦ ਨਿਹਾਲ ਹੋਇਆ, ਸਾਰੇ ਲੋਕ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ ਹਨ। ਫਿਰੇ ਕਟਾਰੇ ਇਸ ਬਿਦ ਦੇਸ, ਸਤਿ ਨਾਮ ਦੀਨਸ ਉਪਦੇਸ਼। ਇਵੇਂ ਭਾਈ ਫਿਰੀਏ ਤੇ ਕਟਾਰੇ ਨੇ ਸਾਰੇ ਦੇਸ਼ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਹੈ। ਕਬ ਕਬ ਦਰਸ਼ਨ ਗੁਰ ਕੋ ਆਵਹਿ, ਪੂਜਨ ਕਰ ਪੁਨ ਤਹਾਂ ਸਿੰਤਾਵਹਿ। ਕਦੇ ਕਦੇ ਉਹ ਦੋਵੇਂ ਸਿੱਖ ਗੁਰੂ ਦੇ ਦੁਆਰੇ ਆਉਂਦੇ ਨੇ, ਪੂਜਾ ਕਰਦੇ ਨੇ ਗੁਰੂ ਦੀ, ਆਪਣੇ ਘਰ ਤੁਰ ਜਾਂਦੇ ਨੇ।